हेलो स्टूडेंट्स, आई एम सुखविंदर कौर फ्रॉम डिपार्टमेंट ऑफ इकोनॉमिक्स GGDST कॉलेज हरियाणा हुशियारपुर। अज असी करन जा रहे हैं टॉपिक एक्सपोर्ट प्रमोशन एंड इंपोर्ट सबस्टिट्यूशन स्ट्रैटेजी। देखो, ਜਦੋਂ ਅਸੀਂ ਕਿਸੇ ਵੀ ਦੇਸ਼ ਦੀ ਇਕਨੋਮਿਕ ਡਿਵੈਲਪਮੈਂਟ ਦੀ ਗੱਲ ਕਰਦੇ ਹਾਂ ਤਾਂ ਜ਼ਰੂਰੀ ਹੁੰਦਾ ਹੈ ਕਿ ਉਸ ਕੰਟਰੀ ਦਾ ਬੈਲੈਂਸ ਆਫ ਪੇਮੈਂਟ BOP ਇਹ ਕੀ ਹੁੰਦਾ। ਜਿਸ ਤਰ੍ਹਾਂ ਅਸੀਂ ਇਹ ਕਰ ਚੁੱਕੇ ਹਾਂ ਪਹਿਲੇ ਲਾਸਟ ਸਮੈਸਟਰਸ ਦੇ ਵਿੱਚ ਵੀ ਕਰ ਚੁੱਕੇ ਹਾਂ, ਵੈਸੇ ਵੀ ਆਪਾਂ ਗੱਲ ਕਰ ਚੁੱਕੇ ਹਾਂ ਕਈ ਲੈਕਚਰਸ ਦੇ ਵਿੱਚ ਕਿ ਜਦੋਂ ਅਸੀਂ ਕਿਸੇ ਕੰਟਰੀ ਦੇ ਇੰਪੋਰਟ ਐਕਸਪੋਰਟ ਦਾ ਰਿਕਾਰਡ ਰੱਖਦੇ ਹਾਂ, ਉਹਨਾਂ ਦੇ ਵਿਜ਼ੀਬਲ ਆਈਟਮਸ, ਇਨਵਿਜ਼ੀਬਲ ਆਈਟਮਸ ਅਤੇ ਕੈਪੀਟਲ ਟਰਾਂਸਫਰਸ ਅਤੇ ਇੰਪੋਰਟ ਅਤੇ ਐਕਸਪੋਰਟ ਕਿਸੇ ਕੰਟਰੀ ਦੇ ਦਾ ਇੱਕ ਈਅਰ ਦਾ ਜਿਹੜਾ ਰਿਕਾਰਡ ਆ ਉਸ ਨੂੰ ਬੈਲੈਂਸ ਆਫ ਪੇਮੈਂਟ ਕਿਹਾ ਜਾਂਦਾ। ਬੈਲੈਂਸ ਆਫ ਪੇਮੈਂਟ ਦੇ ਦੋ ਕੇਸ ਆ, ਇੱਕ ਇਕੁਇਲੀਬਰੀਅਮ ਅਤੇ ਇੱਕ ਡਿਸਇਕੁਇਲੀਬਰੀਅਮ। ਇਕੁਇਲੀਬਰੀਅਮ 'ਚ ਇੰਪੋਰਟ ਇਜ਼ ਇਕੁਅਲ ਟੂ ਐਕਸਪੋਰਟ ਹੋਏਗਾ, ਪਰ ਜੇ ਡਿਸਇਕੁਇਲੀਬਰੀਅਮ ਆ ਜਾਂ ਤਾਂ ਇੰਪੋਰਟ ਜ਼ਿਆਦਾ ਹੋ ਸਕਦਾ ਜਾਂ ਐਕਸਪੋਰਟ ਜ਼ਿਆਦਾ ਹੋ ਸਕਦਾ। ਜੇ ਇੰਪੋਰਟ ਜ਼ਿਆਦਾ ਹੋਇਆ ਇਹਦਾ ਮਤਲਬ ਸਾਡੀਆਂ ਪੇਮੈਂਟਸ ਜ਼ਿਆਦਾ ਆ, ਉਹ ਅਨਫੇਵਰੇਬਲ ਕੇਸ ਆ। ਪਰ ਜੇ ਐਕਸਪੋਰਟਸ ਜ਼ਿਆਦਾ ਹੋਇਆ ਇਹਦਾ ਮਤਲਬ ਸਾਡੀਆਂ ਰਸੀਟਸ ਜ਼ਿਆਦਾ ਆ ਅਤੇ ਉਹ ਫੇਵਰੇਬਲ ਕੇਸ ਹੋਏਗਾ। ਔਰ ਹਰੇਕ ਕੰਟਰੀ ਫੇਵਰੇਬਲ ਕੇਸ ਚਾਹੁੰਦੀ ਹੈ। ਬੈਲੈਂਸ ਆਫ ਪੇਮੈਂਟ ਦੇ ਘਾਟੇ ਨੂੰ ਪੂਰਾ ਕਰਨ ਦੇ ਲਈ ਦੋ ਤਰੀਕੇ ਹੁੰਦੇ ਆ। ਇੱਕ ਹੁੰਦੇ ਤੁਸੀਂ ਆਪਣੇ ਐਕਸਪੋਰਟਸ ਵਧਾ ਦਿਓ ਅਤੇ ਦੂਸਰੇ ਹੁੰਦੇ ਤੁਸੀਂ ਆਪਣੇ ਇੰਪੋਰਟ ਜਿਹੜੇ ਆ ਉਹਨਾਂ ਨੂੰ ਘਟਾਓ, ਉਹਨਾਂ ਨੂੰ ਸਬਸਟੀਟਿਊਟ ਕਰੋ, ਉਹਨਾਂ ਦਾ ਜਿਹੜਾ ਸਬਸਟੀਟਿਊਸ਼ਨ ਆ ਉਹ ਆਪਣੀ ਕੰਟਰੀ 'ਚ ਪ੍ਰੋਡਿਊਸ ਕਰੋ। ਇਸ ਲਈ ਸਭ ਤੋਂ ਪਹਿਲਾਂ ਅਸੀਂ ਐਕਸਪੋਰਟ ਪ੍ਰਮੋਸ਼ਨ ਦੀ ਗੱਲ ਕਰਦੇ ਹਾਂ ਅੱਜ। ਐਕਸਪੋਰਟ ਪ੍ਰਮੋਸ਼ਨ ਕੀ ਆ? ਜਦੋਂ ਉਹ ਪਾਲਿਸੀ ਹੁੰਦੀ ਆ, ਉਹ ਨੀਤੀ ਹੁੰਦੀ ਆ, ਉਹ ਪਾਲਿਸੀ ਹੁੰਦੀ ਆ ਐਕਸਪੋਰਟ ਪ੍ਰਮੋਸ਼ਨ, ਜਿਹਦੇ ਫਲਸਰੂਪ ਐਕਸਪੋਰਟਸ ਨੂੰ ਵਧਾਉਣ ਦੇ ਲਈ ਐਕਸਪੋਰਟਰਸ ਨੂੰ ਉਤਸ਼ਾਹਿਤ ਕੀਤਾ ਜਾਂਦਾ। ਹੁਣ ਐਕਸਪੋਰਟ ਕਦੋਂ ਵਧੂਗਾ? ਜਦੋਂ ਐਕਸਪੋਰਟਰ ਜਿਹੜਾ ਜ਼ਿਆਦਾ ਪ੍ਰੋਡਿਊਸ ਕਰੂਗਾ, ਐਕਸਪੋਰਟ ਜ਼ਿਆਦਾ ਕਰੂਗਾ। ਕਦੋਂ ਹੋਏਗਾ? ਜਦੋਂ ਉਹਨਾਂ ਨੂੰ ਕੁਛ ਤੁਸੀਂ ਕੈਸ਼ ਸਬਸਿਡੀ ਦੇ ਦਿਓ ਕਿ ਉਹ ਪ੍ਰੋਡਕਸ਼ਨ ਕਰਨ ਅਤੇ ਉਹਦਾ ਐਕਸਪੋਰਟ ਕਰਨ। ਉਹਨਾਂ ਨੂੰ ਸਸਤੀਆਂ ਦਰਾਂ 'ਤੇ ਘੱਟ ਰੇਟ ਆਫ ਇੰਟਰਸਟ 'ਤੇ ਲੋਨ ਪ੍ਰੋਵਾਈਡ ਕਰਵਾ ਦਿਓ। ਉਹਨਾਂ ਨੂੰ ਮਸ਼ੀਨਰੀ ਪ੍ਰੋਵਾਈਡ ਕਰ ਦਿਓ। ਜੇ ਮਸ਼ੀਨਰੀ ਚਾਹੀਦੀ ਹੈ ਤਾਂ ਫੋਰਨ ਕੰਟਰੀਜ਼ ਤੋਂ ਇੰਪੋਰਟ ਕਰ ਲਓ। ਰॉ ਮਟੀਰੀਅਲ ਚਾਹੀਦਾ ਤਾਂ ਫੋਰਨ ਕੰਟਰੀਜ਼ ਤੋਂ ਇੰਪੋਰਟ ਕਰ ਲਓ। ਜਦੋਂ ਤੁਸੀਂ ਐਕਸਪੋਰਟ ਕਰਨਾ ਆਪਣਾ ਪ੍ਰੋਡਕਟ, ਅਤੇ ਤੁਸੀਂ ਜਿਹੜਾ ਕਿਰਾਇਆ, ਸਮੁੰਦਰੀ ਕਿਰਾਇਆ ਜਾਂ ਰੇਲ ਦਾ ਕਿਰਾਇਆ ਹੋਣਾ, ਉਹਦੇ ਤੋਂ ਉਹਨਾਂ ਨੂੰ ਛੋਟ ਦੇ ਦਿਓ, ਉਹਨਾਂ ਨੂੰ ਟੈਕਸ ਫਰੀ ਕਰ ਦਿਓ। ਔਰ ਫਾਰਮਸ ਆਫ ਐਕਸਪੋਰਟ ਪ੍ਰਮੋਸ਼ਨ। ਨੈਕਸਟ, ਐਕਸਪੋਰਟ ਪ੍ਰਮੋਸ਼ਨ ਦੀਆਂ ਜਿਹੜੀਆਂ ਫਾਰਮਸ ਆ ਉਹ ਕਿਹੜੀਆਂ ਆ? ਐਕਸਪੋਰਟ ਪ੍ਰਮੋਸ਼ਨ ਦੀਆਂ ਫਾਰਮਸ ਦੇ ਵਿੱਚ ਸਭ ਤੋਂ ਪਹਿਲਾਂ ਆਏਗਾ ਐਕਸਪੋਰਟ ਆਫ ਪ੍ਰਾਇਮਰੀ ਪ੍ਰੋਡਕਟਸ। ਤੁਸੀਂ ਕਿਸੇ ਕੰਟਰੀ ਨੇ ਜਦੋਂ ਮੰਨ ਲਓ ਜਿਹਦਾ ਵੈਸੇ ਵੀ ਜਿਹਨੂੰ ਐਕਸਪੋਰਟ ਨੂੰ ਪ੍ਰਮੋਟ ਕਰਨ ਦੀ ਲੋੜ ਆ, ਇਹਦਾ ਮਤਲਬ ਉਹਦਾ ਬੈਲੈਂਸ ਆਫ ਪੇਮੈਂਟ ਹੈ ਜਿਹੜਾ ਉਹ ਕਿਤੇ ਨਾ ਕਿਤੇ ਠੀਕ ਨਹੀਂ ਚੱਲਦਾ ਪਿਆ। ਹਾਂ, ਉਹਦੇ ਵਿੱਚ ਅਨਫੇਵਰੇਬਲ ਕੰਡੀਸ਼ਨਸ ਆ। ਐਕਸਪੋਰਟ ਨੂੰ ਪ੍ਰਮੋਟ ਕਰਨ ਲਈ ਖਾਸ ਕਰਕੇ ਅੰਡਰ ਡਿਵੈਲਪ ਕੰਟਰੀਜ਼ ਜਾਂ ਤਾਂ ਆਪਣੇ ਪ੍ਰਾਇਮਰੀ ਪ੍ਰੋਡਕਟਸ ਦਾ ਐਕਸਪੋਰਟ ਕਰ ਸਕਦੀ ਹੈ ਜਾਂ ਫਿਰ ਮੈਨੂਫੈਕਚਰ ਪ੍ਰੋਡਕਟਸ ਦਾ। ਸਭ ਤੋਂ ਪਹਿਲਾਂ ਤਾਂ ਐਕਸਪੋਰਟ ਪ੍ਰਮੋਸ਼ਨ ਆਫ ਪ੍ਰਾਇਮਰੀ ਪ੍ਰੋਡਕਟ ਕੀ ਹੁੰਦਾ ਕਿ ਜਿਹੜਾ ਐਗਰੀਕਲਚਰਲ ਪ੍ਰੋਡਕਟ ਜਾਂ ਐਗਰੀਕਲਚਰ ਰਿਲੇਟਡ ਐਕਟੀਵਿਟੀਜ਼ 'ਤੇ ਪ੍ਰੋਡਕਟ ਹੁੰਦੇ ਆ, ਔਰ ਜਾਂ ਜਿਹੜਾ ਤੁਹਾਡੇ ਨੈਚੁਰਲ ਰਿਸੋਰਸਿਸ, ਜਿਹੜੇ ਤੁਹਾਡੇ ਕੁਦਰਤੀ ਤੌਰ 'ਤੇ ਪ੍ਰੋਡਕਟਸ ਜ਼ਿਆਦਾ ਪਾਏ ਜਾਂਦੇ ਆ, ਉਹਨਾਂ ਦਾ ਤੁਸੀਂ ਐਕਸਪੋਰਟ ਕਰ ਸਕਦੇ ਹੋ। ਅਤੇ ਸਭ ਤੋਂ ਪਹਿਲਾਂ ਉਹਦੇ ਐਕਸਪੋਰਟ ਦੇ ਵਿੱਚ ਵਾਧਾ ਕਰਦੇ ਹੋ। ਅਤੇ ਜਿਸ ਤਰ੍ਹਾਂ ਬਹੁਤ ਸਾਰੇ ਦੇਸ਼ ਆ ਜਿਹੜੇ ਖਾੜੀ ਦੇ ਦੇਸ਼ ਆ, ਉਹਨਾਂ ਦੇ ਵਿੱਚ ਪੈਟਰੋਲ ਬਹੁਤ ਜ਼ਿਆਦਾ ਮਾਤਰਾ 'ਚ ਪਾਇਆ ਜਾਂਦਾ ਅਤੇ ਉਹਦਾ ਐਕਸਪੋਰਟ ਕਰਦੇ ਆ। ਕੁਦਰਤੀ ਸਾਧਨ ਵਾਲੇ ਦੇਸ਼ ਜਿਹੜੇ ਆ, ਉੱਥੋਂ ਕੁਦਰਤੀ ਸਾਧਨਾਂ ਦਾ ਜਿਹੜਾ ਐਕਸਪੋਰਟ ਆ ਉਹ ਕਰ ਸਕਦੇ ਹੈਗੇ ਆ। ਹੁਣ ਜਿਹੜੇ ਮੁੱਢਲੇ ਵਸਤੂਆਂ ਦੀ ਮੰਗ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ ਜਿਹੜੇ ਪ੍ਰਾਇਮਰੀ ਪ੍ਰੋਡਕਟਸ ਦਾ ਅਸੀਂ ਐਕਸਪੋਰਟ ਕਰ ਤਾਂ ਦਿੰਦੇ ਹਾਂ। ਅਸੀਂ ਐਕਸਪੋਰਟ ਤਾਂ ਕਰਾਂਗੇ ਨਾ ਜੇ ਸਾਡੇ ਕਿਸੇ ਪ੍ਰੋਡਕਟ ਦੀ ਡਿਮਾਂਡ ਹੋਏਗੀ, ਅਤੇ ਇਹਦੀ ਡਿਮਾਂਡ ਜਿਹੜੀ ਆ ਉਹਨੂੰ ਕਿਹੜੇ ਤੱਤ ਪ੍ਰਭਾਵਿਤ ਕਰਦੇ ਆ? ਸਭ ਤੋਂ ਪਹਿਲਾਂ ਇਨਕਮ ਇਲਾਸਟਿਸਿਟੀ, ਕਿ ਜੇ ਤਾਂ ਇਨਕਮ ਇਲਾਸਟਿਸਿਟੀ ਜ਼ਿਆਦਾ ਹੋਏਗੀ ਤਾਂ ਉਹਨਾਂ ਦੀ ਮੰਗ ਜ਼ਿਆਦਾ ਹੋਏਗੀ, ਅਦਰਵਾਈਜ਼ ਘੱਟ ਹੋਏਗੀ। ਦੂਸਰਾ, ਡਿਵੈਲਪ ਕੰਟਰੀਜ਼ ਦੇ ਵਿੱਚ ਨਾ ਇਹ ਡਿਮਾਂਡ ਬਹੁਤ ਜ਼ਿਆਦਾ ਨਹੀਂ ਹੁੰਦੀ ਕਿਉਂਕਿ ਉੱਥੇ ਪਾਪੂਲੇਸ਼ਨ ਬਹੁਤ ਘੱਟ ਹੁੰਦੀ ਆ। ਇਸ ਲਈ ਉੱਥੇ ਵਸਤੂਆਂ ਦੇ ਡਿਮਾਂਡ ਜਿਹੜੀ ਆ ਉਹਨਾਂ ਦੀ ਵਧਣ ਦੀ ਚਾਂਸਸ ਘੱਟ ਹੁੰਦੇ ਆ। ਜ਼ਿਆਦਾਤਰ ਮੁੱਢਲੀ ਵਸਤੂਆਂ ਦੀ ਮੰਗ ਦੀ ਕੀਮਤ ਲੋਚ ਵੀ ਜਿਹੜੀ ਆਮ ਕਰਕੇ ਰਿਲੇਟਿਵਲੀ ਲੋ ਹੁੰਦੀ ਆ, ਅਤੇ ਕੀਮਤ ਲੋਚ ਵੀ ਘੱਟ ਹੋਣ ਕਰਕੇ ਉਹਨਾਂ ਦੀ ਡਿਮਾਂਡ 'ਤੇ ਬਹੁਤ ਜ਼ਿਆਦਾ ਅਸਰ ਪ੍ਰਾਈਜ਼ ਨੂੰ ਘਟਾ ਵਧਾ ਕੇ ਨਹੀਂ ਪੈਂਦਾ। ਫਿਰ ਜਿਹੜੇ ਐਗਰੀਕਲਚਰਲ ਪ੍ਰੋਡਕਟਸ ਹੁੰਦੇ ਆ ਜਾਂ ਨੈਚੁਰਲ ਪ੍ਰੋਡਕਟਸ ਹੁੰਦੇ, ਜਿਹੜੇ ਪ੍ਰਾਇਮਰੀ ਪ੍ਰੋਡਕਟਸ ਹੁੰਦੇ ਆ, ਇਹਨਾਂ ਨੂੰ ਸਿੰਥੈਟਿਕ ਪ੍ਰੋਡਕਟਸ ਦੇ ਨਾਲ ਸਬਸਟੀਟਿਊਟ ਵੀ ਕੀਤਾ ਜਾ ਸਕਦਾ ਹੁੰਦਾ। ਇੱਦਾਂ ਵੀ ਇਹਨਾਂ ਦੀ ਡਿਮਾਂਡ ਦੇ ਉੱਤੇ ਜਿਹੜਾ ਇਫੈਕਟ ਉਹ ਪੈਂਦਾ। ਔਰ ਮੁੱਢਲੇ ਜਿਹੜੇ ਇਹ ਵਸਤੂਆਂ ਆ ਜਿਹਨਾਂ ਨੂੰ ਅਸੀਂ ਪ੍ਰਾਇਮਰੀ ਪ੍ਰੋਡਕਟਸ ਕਹਿੰਦੇ ਆ, ਵਿਕਸਿਤ ਦੇਸ਼ਾਂ ਦੀ ਜਿਹੜੀ ਕਈ ਵਾਰ ਪ੍ਰੋਡਕਸ਼ਨ ਦੀ ਨੀਤੀ ਹੁੰਦੀ ਹੈ ਕਿ ਉਹ ਪ੍ਰੋਟੈਕਟ ਕਰ ਦਿੰਦੇ ਕਿ ਇਹ ਤੋਂ ਜ਼ਿਆਦਾ ਐਕਸਪੋਰਟ ਨਹੀਂ ਕੀਤਾ ਜਾ ਸਕਦਾ, ਉਹ ਵੀ ਇਸ ਨੂੰ ਪ੍ਰਭਾਵਿਤ ਕਰਦੀ ਹੈ। ਇਹਨਾਂ ਦੀ ਪੂਰਤੀ ਨੂੰ ਕਿਹੜੇ ਫੈਕਟਰਸ ਇਫੈਕਟ ਕਰਦੇ ਆ? ਇਹਨਾਂ ਦੀ ਪੂਰਤੀ ਨੂੰ ਆਮ ਕਰਕੇ ਕਈ ਗੱਲਾਂ 'ਤੇ ਨਿਰਭਰ ਕਰਦੀ ਹੈ। ਸਭ ਤੋਂ ਪਹਿਲਾਂ ਤਾਂ ਇਹ ਆ ਕਿ ਇਹਨਾਂ ਦੇ ਵਿੱਚ ਆਮ ਕਰਕੇ ਪੁਰਾਣੀਆਂ ਟੈਕਨੀਕਸ ਆਫ ਪ੍ਰੋਡਕਸ਼ਨ ਜਿੱਦਾਂ ਐਗਰੀਕਲਚਰ ਦੇ ਵਿੱਚ ਚੱਲਦੀਆਂ, ਉਹ ਜਾਂ ਫਿਰ ਇਹ ਆਮ ਕਰਕੇ ਨੈਚੁਰਲ ਫੈਕਟਰਸ 'ਤੇ ਜ਼ਿਆਦਾ ਇਫੈਕਟ ਕਰਦੀ ਹੁੰਦੀ ਇਹਨਾਂ ਦੀ ਸਪਲਾਈ, ਉਹਦੇ ਕਰਕੇ ਇਹਨਾਂ ਦੀ ਪੂਰਤੀ ਹੈ ਜਿਹੜੀ ਇਫੈਕਟ ਹੋ ਜਾਂਦੀ ਹੈ। ਇਸ ਲਈ ਸੁਜੈਸ਼ਨਸ ਕੀ ਆ ਜਦੋਂ ਤੁਸੀਂ ਪ੍ਰਾਇਮਰੀ ਪ੍ਰੋਡਕਟਸ ਦਾ ਐਕਸਪੋਰਟ ਵਧਾਉਣਾ ਚਾਹੁੰਦੇ ਆ? ਸਭ ਤੋਂ ਪਹਿਲਾਂ ਤਾਂ ਸਾਨੂੰ ਬਾਕੀ ਜਿਹੜੇ ਅੰਡਰ ਡਿਵੈਲਪ ਕੰਟਰੀਜ਼ ਆ ਉਹਨਾਂ ਨਾਲ ਸਹਿਯੋਗ ਕਰਕੇ ਇਹਨਾਂ ਦਾ ਪ੍ਰਾਈਸ ਫਿਕਸ ਕਰ ਲੈਣਾ ਚਾਹੀਦਾ।
ਮੀਨਸ ਜਿਹੜੇ ਐਗਰੀਕਲਚਰਲ ਪ੍ਰੋਡਕਟਸ ਜਾਂ ਪ੍ਰਾਇਮਰੀ ਪ੍ਰੋਡਕਟਸ ਕੰਟਰੀਜ਼ ਐਕਸਪੋਰਟ ਕਰਦੀਆਂ ਪਈਆਂ, ਖਾਸ ਕਰਕੇ ਅੰਡਰ ਡਿਵੈਲਪ ਕੰਟਰੀਜ਼ ਹੁੰਦੀਆਂ ਅਤੇ ਇਹ ਡਿਵੈਲਪ ਕੰਟਰੀਜ਼ ਨੂੰ ਐਕਸਪੋਰਟ ਕਰਦੀਆਂ ਪਈਆਂ, ਅਤੇ ਜੇ ਇਹ ਆਪ ਏਕਾ ਕਰਕੇ ਪ੍ਰਾਈਸ ਫਿਕਸ ਕਰ ਲੈਣਗੇ ਤਾਂ ਹੀ ਇਹਨਾਂ ਨੂੰ ਪ੍ਰਾਈਸ ਵਧੀਆ ਮਿਲੇਗਾ। ਅਦਰਵਾਈਜ਼ ਪ੍ਰਾਇਮਰੀ ਪ੍ਰੋਡਕਟਸ ਦਾ ਪ੍ਰਾਈਸ ਜਿਹੜਾ ਉਹ ਘੱਟ ਜਿਹੜਾ ਉਹ ਮਿਲਦਾ ਹੁੰਦਾ, ਘੱਟ ਦਿੱਤਾ ਜਾਂਦਾ ਆਮ ਕਰਕੇ ਕੰਟਰੀਜ਼ ਨੂੰ। ਅਤੇ ਨੈਕਸਟ ਜਿਹੜਾ ਉਹ ਹੈਗਾ ਨੈਕਸਟ ਪੇਜ ਇਹ ਹੈ, ਪਲੀਜ਼ ਇਹਨੂੰ ਮਰਜ਼ੀ ਐਡਜਸਟ ਕਰ ਲਈਓ। ਇਹ ਤੁਹਾਡਾ 248 ਨੰਬਰ ਪੇਜ ਜਿਹੜਾ ਹੋਏਗਾ ਇੱਥੇ ਹੁਣ ਇਹ ਆਣਾ, ਮਤਲਬ 47 ਤੋਂ ਬਾਅਦ 48th ਪੇਜ ਥੋੜ੍ਹਾ ਅੱਗੇ ਲੱਗ ਗਿਆ, ਇਹਨੂੰ ਥੋੜ੍ਹਾ ਐਡਜਸਟ ਕਰ ਲਈਓ ਸਟੂਡੈਂਟਸ ਨੂੰ ਮੇਰੀ ਰਿਕੁਐਸਟ ਹੈ। ਅਦਰਵਾਈਜ਼ ਮੈਂ ਤੁਹਾਨੂੰ ਸਟੱਡੀ ਮਟੀਰੀਅਲ ਵੀ ਭੇਜਿਆ ਹੋਇਆ, ਉਹਨੂੰ ਉਹ ਸਾਹਮਣੇ ਰੱਖ ਕੇ ਦੇਖਿਓ। 248th ਪੇਜ ਹੋਏਗਾ, ਮੀਨਸ 47th ਪੇਜ ਸੀ ਜਿਹੜਾ ਆਪਾਂ ਪਹਿਲਾਂ ਰੱਖਿਆ ਸੀ ਸਾਹਮਣੇ, ਹੁਣ 48th ਪੇਜ ਹੈ। ਹੁਣ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਅੰਡਰ ਡਿਵੈਲਪ ਕੰਟਰੀਜ਼ ਦੇ ਨਾਲ ਇੱਕ ਏਕਾ ਕਰ ਲਓ। ਉਸ ਤੋਂ ਬਾਅਦ ਤੁਸੀਂ ਆਪਣੇ ਪੇਂਡੂ ਸਮਾਜਿਕ ਅਤੇ ਆਰਥਿਕ ਢਾਂਚੇ ਦਾ ਪੁਨਰ ਜਿਹੜਾ ਗਠਨ ਕਰੋ, ਉਹਦੇ ਨਾਲ ਵੀ ਤੁਹਾਡੇ ਪ੍ਰਾਇਮਰੀ ਐਕਸਪੋਰਟਸ ਜਿਹੜੇ ਉਹ ਵਧਣਗੇ। ਔਰ ਉਸ ਤੋਂ ਬਾਅਦ ਸਾਨੂੰ ਘੱਟ ਵਿਕਸਿਤ ਦੇਸ਼ਾਂ ਨੂੰ ਆਮ ਕਰਕੇ ਪ੍ਰਾਇਮਰੀ ਪ੍ਰੋਡਕਟਸ ਦੇ ਉਤਪਾਦਨ ਦੇ ਵਿੱਚ ਨੂੰ ਵਧਾਉਣਾ ਚਾਹੀਦਾ, ਕਿਉਂਕਿ ਉਹ ਸਾਡੇ ਆਸਾਨੀ ਨਾਲ ਸਿਸਟਮ ਚੱਲਦਾ ਹੁੰਦਾ ਅਤੇ ਅਸੀਂ ਉਹਦੇ ਵਿੱਚ ਆਸਾਨੀ ਦੇ ਨਾਲ ਵਾਧਾ ਕਰ ਸਕਦੇ ਹੁੰਦੇ ਹਾਂ। ਉਸ ਤੋਂ ਬਾਅਦ ਜਾਂ ਫਿਰ ਦੂਸਰਾ ਤੁਸੀਂ ਕਰੋਗੇ ਐਕਸਪੋਰਟ ਪ੍ਰਮੋਸ਼ਨ ਆਫ ਮੈਨੂਫੈਕਚਰਡ ਗੁਡਸ, ਜਾਂ ਫਿਰ ਤੁਸੀਂ ਮੈਨੂਫੈਕਚਰਡ ਗੁਡਸ ਦੀਆਂ ਐਕਸਪੋਰਟ ਪ੍ਰਮੋਸ਼ਨ ਕਰੋਗੇ। 1960 ਤੋਂ ਬਾਅਦ ਕਈ ਘੱਟ ਵਿਕਸਿਤ ਦੇਸ਼ ਜਿਵੇਂ ਦੱਖਣੀ ਕੋਰੀਆ, ਹਾਂਗਕਾਂਗ, ਤਾਈਵਾਨ, ਸਿੰਗਾਪੁਰ, ਇਹਨਾਂ ਨੇ ਜਿਹੜੇ ਤਿਆਰ ਮਾਲ ਜਿਹਨੂੰ ਅਸੀਂ ਮੈਨੂਫੈਕਚਰਡ ਪ੍ਰੋਡਕਟ ਕਹਿੰਦੇ ਆ ਉਹਦਾ ਨਿਰਯਾਤ ਕੀਤਾ ਹੈ, ਉਹਦਾ ਐਕਸਪੋਰਟ ਕੀਤਾ, ਅਤੇ ਉਹਦੇ 'ਚ ਉਹਨਾਂ ਨੂੰ ਜਿਹੜੀ ਸਫਲਤਾ ਵੀ ਮਿਲੀ ਹੈ। ਔਰ ਨੈਕਸਟ ਆ ਜਾਂਦਾ ਹੁਣ ਸਾਡਾ ਨਿਰਯਾਤ, ਜਿਹੜਾ ਸਾਡਾ ਐਕਸਪੋਰਟ ਆ ਇਹਨੂੰ ਪ੍ਰਮੋਟ ਕਰਨ ਦੇ ਪੱਖ 'ਚ ਕਿਹੜੀਆਂ ਦਲੀਲਾਂ ਦਿੱਤੀਆਂ ਜਾਂਦੀਆਂ, ਮਤਲਬ ਕਿਹੜੀਆਂ ਦਲੀਲਾਂ, ਕਿਉਂਕਿ ਅਸੀਂ ਐਕਸਪੋਰਟ ਨੂੰ ਪ੍ਰਮੋਟ ਕਰਨਾ ਤਾਂ ਇਹਦੇ ਫੇਵਰ 'ਚ ਕੀ ਆਰਗੂਮੈਂਟਸ ਆ। ਸਭ ਤੋਂ ਪਹਿਲਾਂ ਤਾਂ ਗਰੀਬੀ ਦੇ ਚੱਕਰ ਨੂੰ ਤੋੜਨ 'ਚ ਸਹਾਇਕ, ਕਿਉਂਕਿ ਜਦੋਂ ਤੁਸੀਂ ਐਕਸਪੋਰਟ ਕਰਨਾ ਇਟ ਮੀਨਸ ਤੁਸੀਂ ਆਪਣੇ ਡੋਮੈਸਟਿਕ ਪਰਪਸ ਲਈ ਵੀ ਪ੍ਰੋਡਿਊਸ ਕਰੋਗੇ ਅਤੇ ਐਕਸਪੋਰਟ ਕਰਨ ਲਈ ਵੀ ਪ੍ਰੋਡਕਸ਼ਨ ਕਰਨੀ ਹੈ। ਜ਼ਿਆਦਾ ਪ੍ਰੋਡਕਸ਼ਨ ਕਰਨੀ ਹੈ ਤਾਂ ਇੰਪਲਾਇਮੈਂਟ ਜ਼ਿਆਦਾ ਜਨਰੇਟ ਹੋਏਗੀ, ਇੰਪਲਾਇਮੈਂਟ ਜ਼ਿਆਦਾ ਜਨਰੇਟ ਹੋਏਗੀ ਤਾਂ ਬਿਨਾਂ ਸ਼ੱਕ ਇਨਕਮ ਵਧੂਗੀ, ਅਤੇ ਜਿਹਦੇ ਨਾਲ ਗਰੀਬੀ ਦਾ ਜਿਹੜਾ ਚੱਕਰ ਆ ਉਹਨੂੰ ਖਤਮ ਕਰਨ ਦੇ ਵਿੱਚ ਜਿਹੜੀ ਕਾਫੀ ਹੈਲਪ ਆ ਉਹ ਮਿਲੇਗੀ। ਦੂਸਰਾ ਨੈਕਸਟ ਨਿਵੇਸ਼ ਦੀ ਪ੍ਰੇਰਨਾ, ਫਿਰ ਇਹੀ ਹੈ ਅੰਡਰ ਡਿਵੈਲਪ ਕੰਟਰੀਜ਼ ਦੇ ਵਿੱਚ ਨਿਵੇਸ਼ ਘੱਟ ਹੁੰਦਾ, ਪਰ ਜਦੋਂ ਹੁਣ ਉਹਦੀ ਡਿਮਾਂਡ ਹੁੰਦੀ ਪਈ ਆ ਤਾਂ ਉਹਨੂੰ ਪ੍ਰੇਰਨਾ ਮਿਲੇਗੀ, ਨਿਵੇਸ਼ ਜ਼ਿਆਦਾ ਹੋਏਗਾ, ਜਿਹਦਾ ਬਾਜ਼ਾਰ ਦਾ ਆਕਾਰ ਵਧੇਗਾ। ਕਿਉਂਕਿ ਕਿੱਥੇ ਤੁਸੀਂ ਸਿਰਫ ਆਪਣੇ ਡੋਮੈਸਟਿਕ ਪ੍ਰੋਡਕਸ਼ਨ ਜਿਹੜੀ ਕਰਦੇ ਪਏ ਹੋ, ਡੋਮੈਸਟਿਕ ਲੋੜਾਂ ਨੂੰ ਪੂਰੀਆਂ ਕਰਨ ਲਈ ਪ੍ਰੋਡਕਸ਼ਨ ਕਰਦੇ ਪਏ ਹੋ, ਹੁਣ ਤੁਸੀਂ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਵੀ ਵੇਚਣਾ ਹੁੰਦਾ। ਉਸ ਤੋਂ ਬਾਅਦ ਟੈਕਨੀਕਲ ਪ੍ਰੋਗਰੈਸ ਵੀ ਹੋ ਜਾਏਗੀ, ਕਿਉਂਕਿ ਫੋਰਨ ਕੰਟਰੀਜ਼ ਤਾਂ ਤੁਸੀਂ ਤਾਂ ਹੀ ਕੰਪੀਟ ਕਰ ਪਾਓਗੇ ਜੇ ਤੁਹਾਡੀ ਕੁਆਲਿਟੀ ਵੀ ਵਧੀਆ ਹੋਏਗੀ ਅਤੇ ਤੁਸੀਂ ਟੈਕਨੋਲੋਜੀਕਲੀ ਵੀ ਆਪਣੇ ਆਪ ਨੂੰ ਡਿਵੈਲਪ ਕਰ ਲੈਂਦੇ ਹੋ। ਐਫੀਸ਼ੀਐਂਟ ਯੂਜ਼ ਆਫ ਮੀਨਸ ਆਫ ਪ੍ਰੋਡਕਸ਼ਨ, ਫਿਰ ਜਿਹੜੇ ਉਤਪਾਦਨ ਦੇ ਸਾਧਨ ਆ ਉਹਨਾਂ ਦਾ ਐਫੀਸ਼ੀਐਂਟ ਯੂਜ਼ ਹੋਏਗਾ, ਕਿਉਂਕਿ ਕਈ ਵਾਰ ਸਾਨੂੰ ਲੱਗਦਾ ਹੁੰਦਾ ਜਦੋਂ ਉਹਨਾਂ ਦੀ ਡਿਮਾਂਡ ਪੂਰੀ ਨਹੀਂ ਆ, ਜਦੋਂ ਸਾਡੇ ਪ੍ਰੋਡਕਟ ਦੀ ਡਿਮਾਂਡ ਨਹੀਂ ਬਹੁਤ ਜ਼ਿਆਦਾ ਹੁੰਦੀ ਪਈ ਅਤੇ ਅਸੀਂ ਉਹਨਾਂ ਦੀ ਸਪਲਾਈ ਵੀ ਘੱਟ ਕਰਦੇ ਹਾਂ, ਪ੍ਰੋਡਕਸ਼ਨ ਵੀ ਘੱਟ ਕਰਦੇ ਹਾਂ। ਇਸ ਲਈ ਨੈਚੁਰਲ ਰਿਸੋਰਸਿਸ ਜਾਂ ਜਿੰਨੇ ਵੀ ਅਵੇਲੇਬਲ ਰਿਸੋਰਸਿਸ ਆ ਪ੍ਰੋਡਕਸ਼ਨ ਦੇ ਜਿੰਨੇ ਵੀ ਸਾਧਨ ਆ ਉਹਨਾਂ ਦਾ ਅਸੀਂ ਵੈਸਟ ਯੂਜ਼ ਨਹੀਂ ਕਰਦੇ। ਪਰ ਜਦੋਂ ਹੁਣ ਸਾਡੇ ਪ੍ਰੋਡਕਟ ਦੀ ਡਿਮਾਂਡ ਵੀ ਹੁੰਦੀ ਪਈ ਆ ਡੋਮੈਸਟਿਕ ਮਾਰਕੀਟ ਦੇ ਵਿੱਚ ਵੀ ਅਤੇ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਵੀ, ਤਾਂ ਜਿਹੜੇ ਰਿਸੋਰਸਿਸ ਹੈਗੇ ਆ ਉਹਨਾਂ ਦਾ ਐਫੀਸ਼ੀਐਂਟ ਯੂਜ਼ ਹੋਣਾ ਸ਼ੁਰੂ ਹੋ ਜਾਂਦਾ। ਫਿਰ ਇੰਪੋਰਟ ਆਫ ਕੈਪੀਟਲ ਗੁਡਸ ਐਂਡ ਐਕਸਪੋਰਟ ਆਫ ਪ੍ਰਾਇਮਰੀ ਗੁਡਸ, ਫਿਰ ਅਸੀਂ ਇਹ ਵੀ ਕਰਦੇ ਹਾਂ ਕਿ ਅਸੀਂ ਜੇ ਸਾਨੂੰ ਪ੍ਰੋਡਕਟ ਨੂੰ ਪ੍ਰੋਡਿਊਸ ਕਰਨ ਦੇ ਲਈ ਕੈਪੀਟਲ ਗੁਡਸ ਚਾਹੀਦੀਆਂ ਅਤੇ ਅਸੀਂ ਉਹਨਾਂ ਨੂੰ ਇੰਪੋਰਟ ਕਰਦੇ ਹਾਂ ਅਤੇ ਆਪਣੇ ਪ੍ਰੋਡਕਟਸ ਨੂੰ ਪ੍ਰਾਇਮਰੀ ਪ੍ਰੋਡਕਟਸ ਨੂੰ ਐਕਸਪੋਰਟ ਕਰਦੇ ਹਾਂ। ਉਸ ਤੋਂ ਬਾਅਦ ਵੇਸ ਆਫ ਇੰਪੋਰਟ ਆਫ ਫੋਰਨ ਕੈਪੀਟਲ, ਫਿਰ ਫੋਰਨ ਕੈਪੀਟਲ, ਕਿਉਂਕਿ ਜਦੋਂ ਤੁਸੀਂ ਐਕਸਪੋਰਟ ਵਧਾਓਗੇ ਤਾਂ ਇਹਦੇ ਨਾਲ ਤੁਹਾਡੀ ਜਿਹੜੀ ਫੋਰਨ ਕੈਪੀਟਲ ਆ ਉਹ ਵੀ ਤੁਹਾਡੀ ਆਪਣੀ ਕੰਟਰੀ ਦੇ ਵਿੱਚ ਆ ਜਾਏਗੀ, ਔਰ ਉਹਦੇ ਨਾਲ ਵੀ ਸਾਨੂੰ ਜਿਹੜੇ ਕਾਫੀ ਬੈਨੀਫਿਟਸ ਜਿਹੜੇ ਆ ਉਹ ਮਿਲਦੇ ਆ। ਨੈਕਸਟ ਜਿਹੜਾ ਹੈਗਾ ਇੱਥੇ ਫਿਰ ਪੇਜ ਦੀ ਥੋੜ੍ਹੀ ਜਿਹੀ ਐਡਜਸਟਮੈਂਟ ਕਰ ਲਈਓ, ਤੁਹਾਨੂੰ ਪਿਛਲੇ ਪੇਜ 'ਤੇ ਜਾਣਾ ਪਏਗਾ। ਉਸ ਤੋਂ ਬਾਅਦ ਇੱਕ ਸਿਹਤਮੰਦ ਮੁਕਾਬਲਾ, ਹੈਲਦੀ ਕੰਪੀਟੀਸ਼ਨ। ਜਦੋਂ ਤੁਸੀਂ ਵਿਦੇਸ਼ੀ ਵਪਾਰ ਇੰਟਰਨੈਸ਼ਨਲ ਟਰੇਡ 'ਚ ਜਾਂਦੇ ਹੋ ਤਾਂ ਉੱਥੇ ਇੱਕ ਬਹੁਤ ਵਧੀਆ ਜਿਹੜਾ ਮੁਕਾਬਲਾ ਉਹ ਸ਼ੁਰੂ ਹੋ ਜਾਂਦਾ, ਉਤਪਾਦਨ ਦੀ ਕੁਸ਼ਲਤਾ ਦੇ ਵਿੱਚ ਵਾਧਾ ਹੁੰਦਾ, ਕਾਸਟ ਘਟਣੀ ਸ਼ੁਰੂ ਹੋ ਜਾਂਦੀ, ਜਿਹਦੇ ਨਾਲ ਸਾਰੀ ਜਨਤਾ ਨੂੰ ਲਾਭ ਮਿਲਦਾ ਆ। ਠੀਕ ਹੈ ਜੀ। ਹੁਣ ਉਸ ਤੋਂ ਬਾਅਦ ਅੱਗੇ ਆਉਂਦਾ ਅਗਲਾ ਟੌਪਿਕ ਜਿਹੜਾ ਅਸੀਂ ਕਰਨਾ ਉਹ ਹੈਗਾ ਆਰਗੂਮੈਂਟਸ ਅਗੇਂਸਟ ਐਕਸਪੋਰਟ ਪ੍ਰਮੋਸ਼ਨ। ਅਸੀਂ ਜਦੋਂ ਐਕਸਪੋਰਟ ਨੂੰ ਵਧਾ ਦਿੰਦੇ ਹਾਂ ਤਾਂ ਉਹਦੇ ਅਗੇਂਸਟ ਜਿਹੜੇ ਆਰਗੂਮੈਂਟਸ ਦਿੱਤੇ ਜਾਂਦੇ ਆ, ਕਿਉਂਕਿ ਬਹੁਤ ਸਾਰੇ ਇਕੋਨਮਿਸਟਸ ਇੰਟਰਨੈਸ਼ਨਲ ਟਰੇਡ ਦੇ ਜਾਂ ਇਸ ਤਰ੍ਹਾਂ ਐਕਸਪੋਰਟ ਪ੍ਰਮੋਸ਼ਨ ਦੇ ਇਹਦਾ ਫੇਵਰ ਵੀ ਨਹੀਂ ਕਰਦੇ, ਔਰ ਉਹਨਾਂ ਦਾ ਕੀ ਕਹਿਣਾ ਆ ਨਕਸੇ ਮਿਡਲ ਐਂਡ ਫੋਰ ਪ੍ਰੈਵਿਸ਼ ਨੇ ਕਿਹਾ ਸਭ ਤੋਂ ਪਹਿਲਾਂ ਤਾਂ ਅਸੰਤੁਲਿਤ ਵਿਕਾਸ ਹੋਏਗਾ। ਮੀਨਸ ਉਹ ਕਹਿੰਦਾ ਕਿ ਜਿਹੜਾ ਤੁਸੀਂ ਪ੍ਰੋਡਕਟ ਫੋਰਨ ਕੰਟਰੀ ਨੂੰ ਭੇਜਣਾ ਚਾਹੁੰਦੇ ਆ
ਜਿਹਦਾ ਤੁਸੀਂ ਐਕਸਪੋਰਟ ਕਰਨਾ ਚਾਹੁੰਦੇ ਹੋ ਉਹਦੀ ਪ੍ਰੋਡਕਸ਼ਨ ਤਾਂ ਵੱਧੇਗੀ ਬਿਨਾਂ ਸ਼ੱਕ, ਉਹ ਕਹਿੰਦਾ, ਪਰ ਬਾਕੀ ਏਰੀਆਸ ਜਿਹੜੇ ਆ ਉਹ ਬੈਕਵਰਡ ਰਹਿ ਜਾਣਗੇ। ਬਾਕੀ ਪ੍ਰੋਡਕਟਸ ਦੀ ਪ੍ਰੋਡਕਸ਼ਨ ਨਹੀਂ ਵਧੂਗੀ, ਬਾਕੀ ਏਰੀਆਜ਼ ਡਿਵੈਲਪ ਨਹੀਂ ਹੋਣਗੇ ਅਤੇ ਜਿਹੜੀ ਲੌਫ ਸਾਈਡਡ ਡਿਵੈਲਪਮੈਂਟ ਹੋਏਗੀ, ਵਨ ਸਾਈਡਡ ਡਿਵੈਲਪਮੈਂਟ ਹੋਏਗੀ। ਲਿਮਿਟਡ ਪੋਸੀਬਿਲਿਟੀ ਆਫ ਗੇਨ, ਫਿਰ ਉਹੀ ਉਹਨੇ ਕਿਹਾ ਕਿ ਪ੍ਰਾਇਮਰੀ ਪ੍ਰੋਡਕਟਸ ਜੇ ਤੁਸੀਂ ਫੋਰਨ ਕੰਟਰੀਜ਼ ਨੂੰ ਐਕਸਪੋਰਟ ਵੀ ਕਰ ਦਿੰਦੇ ਹੋ ਉਹਨਾਂ ਦਾ ਪ੍ਰਾਈਸ ਘੱਟ ਹੋਏਗਾ, ਪ੍ਰਾਈਸ ਘੱਟ ਹੋਣ ਦੇ ਕਰਕੇ ਤੁਹਾਨੂੰ ਉਨੀ ਇਨਕਮ ਨਹੀਂ ਹੋਏਗੀ। ਐਡਵਰਸ ਇਫੈਕਟ ਆਫ ਡੈਮੋਨਸਟ੍ਰੇਸ਼ਨ ਇਫੈਕਟ ਔਨ ਇਨਵੈਸਟਮੈਂਟ, ਫਿਰ ਇਹ ਵੀ ਹੈ ਕਿ ਲੋਕ ਡੈਮੋਨਸਟ੍ਰੇਟ ਵੀ ਬਹੁਤ ਕਰਦੇ ਆ ਅੰਡਰ ਡਿਵੈਲਪ ਕੰਟਰੀਜ਼ ਦੇ ਖਾਸ ਕਰਕੇ, ਅਤੇ ਲੋਕ ਆਪਣੀ ਵਧੀ ਹੋਈ ਆਮਦਨ ਨੂੰ ਇਨਵੈਸਟ ਕਰਨ ਦੀ ਬਜਾਏ ਡੈਮੋਨਸਟ੍ਰੇਸ਼ਨ 'ਤੇ ਖਰਚ ਕਰਦੇ ਆ, ਅਤੇ ਉਹ ਵੀ ਨੈਗੇਟਿਵ ਇੰਪੈਕਟ ਪਏਗਾ। ਸੈਕੂਲਰ ਡਿਟੀਰੀਏਸ਼ਨ ਇਨ ਟਰਮਸ ਆਫ ਟਰੇਡ, ਫਿਰ ਟਰਮਸ ਆਫ ਟਰੇਡ ਵੀ ਤਾਂ ਤੁਹਾਡੇ ਫੇਵਰ ਦੀਆਂ ਹੋਣੀਆਂ ਚਾਹੀਦੀਆਂ ਨਾ, ਤਾਂ ਹੀ ਤੁਹਾਨੂੰ ਬੈਨੀਫਿਟ ਹੋਏਗਾ, ਅਦਰਵਾਈਜ਼ ਤੁਹਾਡੀਆਂ ਟਰਮਸ ਆਫ ਟਰੇਡ ਦੇ ਵਿੱਚ ਲਗਾਤਾਰ ਡਿਟੀਰੀਏਸ਼ਨ ਆਉਂਦੀ ਜਾਏਗੀ ਅਤੇ ਉਹਦਾ ਤੁਹਾਨੂੰ ਲਾਸ ਹੋਏਗਾ। ਨੈਕਸਟ ਆਏਗਾ ਐਡਵਰਸ ਇਫੈਕਟ ਆਫ ਫੋਰਨ ਕੈਪੀਟਲ। ਕਈ ਵਾਰ ਅਸੀਂ ਜਦੋਂ ਆਪਣੇ ਐਕਸਪੋਰਟ ਨੂੰ ਵਧਾਉਣ ਦੇ ਲਈ ਫੋਰਨਰਸ ਨੂੰ ਕਹਿ ਦਿੰਦੇ ਹਾਂ ਕਿ ਉਹ ਸਾਡੀ ਕੰਟਰੀ ਦੇ ਵਿੱਚ ਆ ਕੇ ਇਨਵੈਸਟ ਕਰਨ, ਫਿਰ ਜਦੋਂ ਫੋਰਨਰਸ ਸਾਡੀ ਕੰਟਰੀ 'ਚ ਆ ਕੇ ਇਨਵੈਸਟ ਕਰਦੇ ਆ ਤਾਂ ਫੋਰਨ ਕੈਪੀਟਲ ਦਾ ਐਡਵਰਸ ਇਫੈਕਟ ਪਏਗਾ। ਉਹ ਸਾਡੀ ਕੰਟਰੀ ਦੇ ਵਿੱਚ ਆ ਕੇ ਇੱਕ ਤਰ੍ਹਾਂ ਨਾਲ ਮਲਕੀਅਤ ਹਾਸਲ ਕਰ ਲੈਣਗੇ ਅਤੇ ਉਹ ਖਾਸ ਕਰਕੇ ਪ੍ਰੋਫਿਟ ਨੂੰ ਉਹ ਆਪਣੀ ਕੰਟਰੀ ਦੇ ਵਿੱਚ ਲੈ ਜਾਣਗੇ, ਇਨਕਮ ਸਾਡੀ ਆਊਟਫਲੋ ਹੋ ਜਾਏਗੀ। ਉਸ ਤੋਂ ਬਾਅਦ ਐਕਸਪੋਰਟ ਪ੍ਰਮੋਸ਼ਨ ਐਡਵਰਸਲੀ ਇਫੈਕਟਸ ਬਾਈ ਦੀ ਪੋਲਿਸੀ ਆਫ ਪ੍ਰੋਟੈਕਸ਼ਨ, ਫਿਰ ਬਹੁਤ ਸਾਰੀ ਕੰਟਰੀਜ਼ ਪ੍ਰੋਟੈਕਸ਼ਨ ਦੀ ਪੋਲਿਸੀ, ਸੁਰੱਖਿਆ ਨੀਤੀ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਅਡੋਪਟ ਕਰ ਲੈਂਦੀਆਂ, ਔਰ ਸੁਰੱਖਿਆ ਦੀ ਨੀਤੀ ਅਡੋਪਟ ਕਰਕੇ ਇਹ ਹੁੰਦਾ ਕਿ ਉਹ ਕਈ ਵਾਰ ਪ੍ਰਤੀਬੰਧ ਕਰ ਦਿੰਦੀ ਆ ਕਿ ਇਹ ਪ੍ਰੋਡਕਟਸ ਦਾ ਇੰਪੋਰਟ ਨਹੀਂ ਹੋ ਸਕਦਾ। ਇਹਦੇ ਨਾਲ ਵੀ ਸਾਡੀ ਐਕਸਪੋਰਟ ਦੀ ਪੋਲਿਸੀ ਦੇ ਉੱਤੇ ਐਡਵਰਸ ਇਫੈਕਟ ਪੈਂਦਾ। ਅਤੇ ਜਦੋਂ ਅਸੀਂ ਐਕਸਪੋਰਟ ਨੂੰ ਪ੍ਰਮੋਟ ਕਰਦੇ ਹਾਂ ਉਹਦੇ ਵਿੱਚ ਕਿਹੜੀਆਂ ਸਾਨੂੰ ਸਟੈਕਲਸ ਆਉਂਦੀਆਂ, ਜੇ ਅਸੀਂ ਐਕਸਪੋਰਟ ਕਰਨੇ ਹੀ ਲੱਗ ਜਾਈਏ, ਐਕਸਪੋਰਟ ਪ੍ਰਮੋਸ਼ਨ ਕਰਨੇ ਹੀ ਲੱਗ ਜਾਈਏ, ਤਾਂ ਸਾਨੂੰ ਉਹਦੇ ਵਿੱਚ ਬਹੁਤ ਸਾਰੀਆਂ ਹਿੰਡਰੈਂਸਿਸ, ਬਹੁਤ ਸਾਰੀਆਂ ਲਿਮਿਟੇਸ਼ਨਸ ਆ, ਬਹੁਤ ਸਾਰੀਆਂ ਜਿਹੜੀਆਂ ਆਬਸਟੈਕਲਸ ਆ। ਸਭ ਤੋਂ ਪਹਿਲਾਂ ਤਾਂ ਫੋਰਨ ਕੰਪੀਟੀਸ਼ਨ ਆ, ਘੱਟ ਵਿਕਸਿਤ ਦੇਸ਼ਾਂ ਨੂੰ, ਕਿਉਂਕਿ ਸਾਡੀ ਅੰਡਰ ਡਿਵੈਲਪ ਕੰਟਰੀਜ਼ ਦੇ ਵਿੱਚ ਪਹਿਲਾਂ ਤਾਂ ਅਸੀਂ ਪ੍ਰਾਇਮਰੀ ਪ੍ਰੋਡਕਟਸ ਦਾ ਐਕਸਪੋਰਟ ਕਰਦੇ ਪਏ ਹਾਂ, ਫਿਰ ਹੋਰ ਵੀ ਬਹੁਤ ਸਾਰੀ ਕੰਟਰੀਜ਼ ਕਰਦੇ ਹੁੰਦੇ ਹੋਏ ਆ ਐਕਸਪੋਰਟ ਆ ਪ੍ਰੋਡਕਟਸ ਆ, ਅਤੇ ਉਹਦੇ ਨਾਲ ਸਾਨੂੰ ਬਹੁਤ ਸਾਰਾ ਕੰਪੀਟੀਸ਼ਨ ਜਿਹੜਾ ਸਾਹਮਣਾ ਕਰਨਾ ਪਏਗਾ। ਔਰ ਅੰਡਰ ਡਿਵੈਲਪ ਕੰਟਰੀਜ਼ ਦੇ ਵਿੱਚ ਆਮ ਕਰਕੇ ਉਹਨਾਂ ਦੀ ਕੁਆਲਿਟੀ ਵਧੀਆ ਨਹੀਂ ਹੁੰਦੀ। ਉਸ ਤੋਂ ਬਾਅਦ ਹਾਈ ਪ੍ਰਾਈਜ਼ਸ, ਕਿਉਂਕਿ ਸਾਡੇ ਅੰਡਰ ਡਿਵੈਲਪ ਕੰਟਰੀਜ਼ ਦੇ ਵਿੱਚ ਜਿਹੜੀ ਕਾਸਟ ਆਫ ਪ੍ਰੋਡਕਸ਼ਨ ਜ਼ਿਆਦਾ ਆਉਂਦੀ ਹੁੰਦੀ ਹੈ, ਇਹਦੇ ਕਰਕੇ ਪ੍ਰਾਈਜ਼ਸ ਜ਼ਿਆਦਾ ਹੁੰਦੇ ਆ, ਔਰ ਉਹਦੇ ਕਰਕੇ ਵੀ ਸਾਡੇ ਐਕਸਪੋਰਟਸ ਦੇ ਵਿੱਚ ਵਾਧਾ ਉਨਾ ਨਹੀਂ ਹੁੰਦਾ। ਫਿਰ ਕਈ ਵਾਰ ਸਬਸਟੀਚਿਊਟ, ਕਿਉਂਕਿ ਅੰਡਰ ਡਿਵੈਲਪ ਕੰਟਰੀਜ਼ ਆਮ ਕਰਕੇ ਪ੍ਰਾਇਮਰੀ ਪ੍ਰੋਡਕਟਸ ਦਾ ਲਾਈਕ ਜੂਟ, ਸੂਤੀ ਕੱਪੜਾ, ਇਹਨਾਂ ਦਾ ਜਿਹੜਾ ਐਕਸਪੋਰਟ ਕਰਦੇ ਆ, ਔਰ ਇਹਨਾਂ ਨੂੰ ਤੁਸੀਂ ਕਿਸੇ ਵੀ ਆਰਟੀਫਿਸ਼ੀਅਲ ਪ੍ਰੋਡਕਟ ਦੇ ਨਾਲ, ਸਿੰਥੈਟਿਕ ਪ੍ਰੋਡਕਟ ਦੇ ਨਾਲ ਤੁਸੀਂ ਸਬਸਟੀਚਿਊਟ ਕਰ ਸਕਦੇ ਹੁੰਦੇ ਆ। ਫਿਰ ਲੋ ਕੁਆਲਿਟੀ ਹੋਣ ਦੇ ਕਰਕੇ, ਕਿਉਂਕਿ ਅੰਡਰ ਡਿਵੈਲਪ ਕੰਟਰੀਜ਼ ਦੇ ਪ੍ਰੋਡਕਟਸ ਦੀ ਆਮ ਕਰਕੇ ਕੋਈ ਟੈਕਨੋਲੋਜੀ ਜਿਹੜੀ ਆ ਉਹ ਬਹੁਤ ਵਧੀਆ ਨਹੀਂ ਹੁੰਦੀ, ਇਸ ਕਰਕੇ ਉਹਨਾਂ ਦੀ ਕੁਆਲਿਟੀ ਲੋ ਹੁੰਦੀ ਹੈ, ਔਰ ਲੋ ਕੁਆਲਿਟੀ ਹੋਣ ਦੇ ਕਰਕੇ ਵੀ ਉਹਨਾਂ ਦੀ ਜਿਹੜੀ ਡਿਮਾਂਡ ਆ ਉਹ ਘੱਟ ਰਹਿ ਜਾਂਦੀ ਹੈ। ਉਸ ਤੋਂ ਬਾਅਦ ਟੈਰਿਫ ਪੋਲਿਸੀਜ਼ ਕਰਕੇ, ਸੀਮਾ ਕਰਕੇ, ਟੈਕਸਿਸ ਕਰਕੇ ਵੀ ਜਿਹੜੀ ਡਿਮਾਂਡ ਆ ਉਹ ਘੱਟ ਰਹਿ ਜਾਂਦੀ ਹੈ। ਉਸ ਤੋਂ ਬਾਅਦ ਲਿਮਿਟਡ ਮਾਰਕੀਟ ਹੁੰਦੀ ਹੈ, ਅੰਡਰ ਡਿਵੈਲਪ ਕੰਟਰੀਜ਼ ਦੀ ਜਿਹੜੀ ਮਾਰਕੀਟ ਆ ਬਹੁਤ ਜ਼ਿਆਦਾ ਨਹੀਂ ਹੁੰਦੀ। ਉਸ ਤੋਂ ਬਾਅਦ ਪਬਲਿਸਿਟੀ ਦੀ ਵੀ ਕਮੀ ਹੁੰਦੀ ਆ। ਇਹਨਾਂ ਸਾਰੀਆਂ ਗੱਲਾਂ ਕਰਕੇ ਵੀ ਜਿਹੜੀ ਐਕਸਪੋਰਟ ਪ੍ਰਮੋਸ਼ਨ ਆ ਉਹਦੇ 'ਤੇ ਐਡਵਰਸ ਇਫੈਕਟ ਪੈਂਦਾ ਹੈ। ਪਰ ਫਿਰ ਵੀ ਜੇ ਤੁਸੀਂ ਐਕਸਪੋਰਟਸ ਨੂੰ ਵਧਾਉਣਾ ਚਾਹੁੰਦੇ ਹੋ ਤਾਂ ਇਹਦੇ ਲਈ ਕੀ ਸੁਜੈਸ਼ਨਸ ਆ? ਸਭ ਤੋਂ ਪਹਿਲਾਂ ਤਾਂ ਪ੍ਰੋਪਰ ਮੈਨੇਜਮੈਂਟ ਆਫ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ, ਲੋਕਾਂ ਤੱਕ ਪ੍ਰੋਪਰ ਇਨਫੋਰਮੇਸ਼ਨ ਪਹੁੰਚੇ। ਉਸ ਤੋਂ ਬਾਅਦ ਐਕਸਪੋਰਟ ਸੈਕਟਰ ਸ਼ੁੱਡ ਵੀ ਡਿਕਲੇਅਰਡ ਪ੍ਰਾਇਓਰਟੀ ਸੈਕਟਰ, ਕਿਉਂਕਿ ਜਿਹੜੇ ਸੈਕਟਰ ਨੂੰ ਤੁਸੀਂ ਜ਼ਿਆਦਾ ਡਿਵੈਲਪ ਕਰਨਾ ਚਾਹੁੰਦੇ ਹੁੰਦੇ ਉਹਨੂੰ ਤੁਹਾਨੂੰ ਪ੍ਰਾਇਓਰਟੀ ਸੈਕਟਰ ਜਿਹੜਾ ਅਨਾਊਂਸ ਕਰਨਾ ਪਏਗਾ। ਐਕਸਪੋਰਟ ਸੈਕਟਰ ਨੂੰ ਤੁਸੀਂ ਪ੍ਰਾਇਓਰਟੀ ਸੈਕਟਰ ਅਨਾਊਂਸ ਕਰ ਦਿਓ। ਉਸ ਤੋਂ ਬਾਅਦ ਕੰਟਰੋਲ ਰੂਮਸ ਫਾਰ ਐਕਸਪੋਰਟ ਦੇ ਲਈ ਕੰਟਰੋਲ ਰੂਮਸ ਜਿਹੜੇ ਬਣਾਏ ਜਾਣ। ਉਸ ਤੋਂ ਬਾਅਦ ਪ੍ਰੋਡਕਟ ਪਲੈਨਿੰਗ ਫਾਰ ਐਕਸਪੋਰਟਸ, ਫਿਰ ਇਹ ਵੀ ਪਲੈਨਿੰਗ ਕੀਤੀ ਜਾਵੇ ਕਿ ਕਿਹੜੇ ਪ੍ਰੋਡਕਟਸ ਦੀ ਅਸੀਂ ਜਿਹੜੀ ਆ ਐਕਸਪੋਰਟ ਕਰਨਾ ਆ, ਔਰ ਉਹਦੇ ਨਾਲ ਵੀ ਐਕਸਪੋਰਟ ਪ੍ਰਮੋਸ਼ਨ ਦੇ ਵਿੱਚ ਹੈਲਪ ਮਿਲੇਗੀ। ਟ੍ਰੇਨਿੰਗ ਫਾਰ ਐਕਸਪੋਰਟ ਮਾਰਕੀਟਿੰਗ, ਜੇ ਐਕਸਪੋਰਟ ਮਾਰਕੀਟਿੰਗ ਦਾ ਸਹੀ ਨਾ ਰਹਿੰਦਾ ਹੋਵੇ ਤਾਂ ਅਸੀਂ ਉਹਦੇ ਲਈ ਟ੍ਰੇਨਿੰਗ ਵੀ ਪ੍ਰੋਪਰ ਲੈ ਸਕਦੇ ਹਾਂ ਕਿ ਕਿਸ ਤਰ੍ਹਾਂ ਮਾਰਕੀਟਿੰਗ ਕੀਤੀ ਜਾਏਗੀ। ਉਸ ਤੋਂ ਬਾਅਦ ਸਟੇਟ ਟਰੇਡਿੰਗ ਆ ਜਿਹੜੀ, ਇਹ ਵੀ ਕਰ ਸਕਦੇ ਹਾਂ। ਸਟੇਟ ਟਰੇਡਿੰਗ ਦੇ ਨਾਲ ਵੀ ਨਿੱਜੀ ਖੇਤਰ ਦੀ ਤਰ੍ਹਾਂ ਵਪਾਰਕ ਦ੍ਰਿਸ਼ਟੀਕੋਣ ਅਪਣਾਉਣਾ ਚਾਹੀਦਾ ਸਾਨੂੰ। ਰਾਜਕੀ ਵਪਾਰ ਨੂੰ ਵੀ ਨਿਰਯਾਤ ਦੇ ਸੰਬੰਧ ਵਿੱਚ ਨਿੱਜੀ ਖੇਤਰ ਦੀ ਤਰ੍ਹਾਂ ਵਪਾਰਕ ਦ੍ਰਿਸ਼ਟੀਕੋਣ ਅਪਣਾਉਣ ਦੀ ਲੋੜ ਹੁੰਦੀ ਹੈ। ਉਸ ਤੋਂ ਬਾਅਦ ਨੈਕਸਟ ਜਿਹੜਾ ਹੈਗਾ ਇੱਥੇ ਤੁਹਾਡਾ ਮੈਂ ਸਟੱਡੀ ਮਟੀਰੀਅਲ ਵੀ ਸੈਂਡ ਕੀਤਾ ਹੋਇਆ, ਇਸ ਲਈ ਥੋੜ੍ਹਾ ਜਿਹਾ ਇਹਦੇ ਨਾਲ ਜਿਹੜੀ ਰਿਲੇਟਡ ਆਪਣੀ ਸੈਟਿੰਗ ਆ ਉਹ ਥੋੜ੍ਹੀ ਦੇਖ ਲਈਓ ਪੇਜਸ ਦੇ ਅਕੋਰਡਿੰਗ। ਇਹ 254th ਪੇਜ ਹੋਣੇਗਾ ਜਿਹੜਾ ਹੁਣ ਤੁਸੀਂ ਦੇਖਣਾ ਹੈ। ਉਸ ਤੋਂ ਬਾਅਦ ਲਾਗਤ ਲਾਭ ਵਿਸ਼ਲੇਸ਼ਣ, ਕਾਸਟ ਬੈਨੀਫਿਟ ਐਨਾਲਿਸਿਸ ਵੀ ਕਰ ਸਕਦੇ ਆਪਾਂ ਕਿ ਕਿਹੜੇ ਪ੍ਰੋਡਕਟ ਦੀ ਕਾਸਟ ਸਾਨੂੰ ਘੱਟ ਆਉਂਦੀ ਪਈ ਆ, ਉਹ ਪ੍ਰੋਡਕਟ ਆਪਾਂ ਪ੍ਰੋਡਿਊਸ ਕਰ ਸਕਦੇ ਹਾਂ, ਉਹਦਾ ਐਕਸਪੋਰਟ ਕਰ ਸਕਦੇ ਹਾਂ। ਜੁਆਇੰਟ ਵੈਂਚਰ ਅਬਰੋਡ, ਫਿਰ ਅਸੀਂ ਇਹ ਵੀ ਕਰ ਸਕਦੇ ਹਾਂ ਕਿ ਆਪਾਂ ਆਪਣੇ
ਅੰਡਰ ਡਿਵੈਲਪ ਕੰਟਰੀਜ਼ ਫੋਰਨ ਕੰਟਰੀਜ਼ ਦੇ ਵਿੱਚ ਜਾ ਕੇ ਜੁਆਇੰਟ ਵੈਂਚਰ ਜਿਹੜੇ ਆ ਉਹ ਸਥਾਪਿਤ ਕਰ ਲੈਣ। ਫੋਰਨ ਕੋਲੈਬੋਰੇਸ਼ਨ ਇਨ ਇੰਡੀਆ, ਇਸੇ ਤਰ੍ਹਾਂ ਇੰਡੀਆ ਦੇ ਵਿੱਚ ਵੀ ਮਲਟੀਨੈਸ਼ਨਲ ਕੰਪਨੀਜ਼ ਨੂੰ ਜਿਹੜਾ ਪ੍ਰਮੋਟ ਕੀਤਾ ਜਾ ਸਕਦਾ, ਉਹਨਾਂ ਦੇ ਨਾਲ ਕੋਲੈਬੋਰੇਸ਼ਨਸ ਕੀਤੀਆਂ ਜਾ ਸਕਦੀਆਂ। ਮਲਟੀਲੇਟਰਲ ਅਤੇ ਬਾਈਲੇਟਰਲ ਬਹੁਪੱਖੀ ਅਤੇ ਦੋਹਰੇ ਜਿਹੜੇ ਸਮਝੌਤੇ ਉਹ ਕੀਤੇ ਜਾ ਸਕਦੇ ਆ। ਅਸੀਂ ਉਹਨਾਂ ਕੰਟਰੀਜ਼ ਦੇ ਨਾਲ ਇੰਪੋਰਟ ਅਤੇ ਐਕਸਪੋਰਟ ਕਰਦੇ ਰਹੀਏ। ਉਸ ਤੋਂ ਬਾਅਦ ਟੈਕਸ ਕੰਸੈਸ਼ਨਸ ਦੇਣੀਆਂ ਚਾਹੀਦੀਆਂ ਸਾਨੂੰ ਉਹਨਾਂ ਪ੍ਰੋਡਕਟਸ ਦੇ ਪ੍ਰੋਡਿਊਸਰਸ ਨੂੰ ਜਿਨ੍ਹਾਂ ਦਾ ਅਸੀਂ ਐਕਸਪੋਰਟ ਕਰਨਾ ਚਾਹੁੰਦੇ ਹਾਂ। ਉਸ ਤੋਂ ਬਾਅਦ ਸਪੈਸ਼ਲ ਐਕਸਪੋਰਟ ਸਕੀਮਸ ਹੋਣੀਆਂ ਚਾਹੀਦੀਆਂ, ਕੀਮਤਾਂ ਕੌਂਸਟੈਂਟ ਰਹਿਣ। ਦੈਨ ਉਸ ਤੋਂ ਬਾਅਦ ਰੇਲ ਦੇ ਉੱਤੇ, ਹਵਾਈ ਜਹਾਜ਼ ਦੇ ਉੱਤੇ ਜਿਹੜੇ ਚਾਰਜਸ ਆਉਂਦੇ ਆ, ਜਿਹੜੇ ਰੇਟ ਲਏ ਜਾਂਦੇ ਆ, ਉਹ ਘਟਾਏ ਜਾਣ, ਟੈਕਸ ਫ੍ਰੀ ਕੀਤਾ ਜਾਵੇ। ਇਹ ਸੀ ਐਕਸਪੋਰਟ ਪ੍ਰਮੋਸ਼ਨ ਸਟ੍ਰੈਟਜੀ। ਐਕਸਪੋਰਟ ਪ੍ਰਮੋਸ਼ਨ ਸਟ੍ਰੈਟਜੀ ਪ੍ਰਾਇਮਰੀ ਅਤੇ ਮੈਨੂਫੈਕਚਰਡ ਪ੍ਰੋਡਕਟਸ ਦੀ ਹੁੰਦੀ ਆ। ਉਹਦੇ ਕੀ ਬੈਨੀਫਿਟਸ ਆ, ਉਹਦੇ ਫੇਵਰ 'ਚ ਕਿਹੜੇ ਆਰਗੂਮੈਂਟਸ ਆ, ਅਗੇਂਸਟ ਕਿਹੜੇ ਆਰਗੂਮੈਂਟਸ ਆ, ਅਬਸਟੈਕਲਸ ਕਿਹੜੀਆਂ ਆਉਂਦੀਆਂ, ਔਰ ਉਹਦੇ ਲਈ ਕਿਹੜੇ ਸੁਜੈਸ਼ਨਸ ਜਿਹੜੇ ਆ ਉਹ ਦਿੱਤੇ ਜਾਂਦੇ ਆ, ਉਹ ਆਪਾਂ ਕੀਤਾ। ਹੁਣ ਆਪਾਂ ਕਰਾਂਗੇ ਮੀਨਿੰਗ ਆਫ ਇੰਪੋਰਟ ਸਬਸਟੀਟਿਊਸ਼ਨ। ਦੇਖੋ, ਜਾਂ ਤਾਂ ਆਪਾਂ ਆਪਣੇ ਬੈਲੈਂਸ ਆਫ ਪੇਮੈਂਟ ਦੇ ਘਾਟੇ ਨੂੰ ਪੂਰਾ ਕਰਨ ਦੇ ਲਈ, ਉਹਨੂੰ ਫੇਵਰੇਬਲ ਕਰਨ ਦੇ ਲਈ, ਜਾਂ ਤਾਂ ਆਪਾਂ ਨੇ ਐਕਸਪੋਰਟਸ ਵਧਾਉਂਦੇ ਆ। ਜੇ ਐਕਸਪੋਰਟਸ ਦੇ ਵਿੱਚ ਵਾਧਾ ਨਾ ਹੋਵੇ ਤਾਂ ਆਪਾਂ ਜੇ ਐਕਸਪੋਰਟਸ ਦੇ ਵਿੱਚ ਵਾਧਾ ਕਰ ਵੀ ਦੇਈਏ, ਉਹਦੇ ਨਾਲ ਆਪਾਂ ਇੰਪੋਰਟ ਜਿਹੜੇ ਅਸੀਂ ਪ੍ਰੋਡਕਟ ਕਰਦੇ ਪਏ ਹਾਂ ਉਹਨਾਂ ਨੂੰ ਘਟਾਉਣ ਦੀ ਲੋੜ ਵੀ ਹੁੰਦੀ ਆ। ਅਤੇ ਉਹ ਤਾਂ ਹੀ ਘਟਣਗੇ ਜੇ ਉਹੀ ਪ੍ਰੋਡਕਟ ਅਸੀਂ ਆਪਣੀ ਕੰਟਰੀ ਦੇ ਵਿੱਚ ਪ੍ਰੋਡਿਊਸ ਕਰਾਂਗੇ। ਮੀਨਸ ਆਪਾਂ ਉਹਨਾਂ ਦਾ ਕੀ ਕਰਾਂਗੇ, ਇੰਪੋਰਟ ਸਬਸਟੀਟਿਊਸ਼ਨ। ਉਹਦੀ ਜਗ੍ਹਾ 'ਤੇ ਅਸੀਂ ਆਪਣੀ ਕੰਟਰੀ ਦੇ ਵਿੱਚ ਕੋਈ ਪ੍ਰੋਡਕਟ ਜਿਹੜਾ ਪ੍ਰੋਡਿਊਸ ਕਰੀਏ। ਇਸ ਲਈ ਇੰਪੋਰਟ ਸਬਸਟੀਟਿਊਸ਼ਨ ਕੀ ਆ ਕਿ ਜਿਹੜੀ ਤੁਸੀਂ ਪ੍ਰੋਡਕਟ ਇੰਪੋਰਟ ਕਰਨਾ, ਉਸੇ ਤਰ੍ਹਾਂ ਦਾ ਉਹਦਾ ਜਿਹੜਾ ਸਬਸਟੀਟਿਊਟ ਆ ਆਪਣੀ ਕੰਟਰੀ ਦੇ ਵਿੱਚ ਪ੍ਰੋਡਿਊਸ ਕਰ ਲਈਏ। ਜੇ ਆਪਾਂ ਕੰਪਿਊਟਰ, TV, ਕੈਮਰੇ ਫੋਰਨ ਕੰਟਰੀ ਤੋਂ ਮੰਗਵਾਉਂਦੇ ਪਏ ਹਾਂ ਤਾਂ ਆਪਾਂ ਉਹਨਾਂ ਦਾ ਸਬਸਟੀਟਿਊਟ ਆਪਣੀ ਕੰਟਰੀ ਦੇ ਵਿੱਚ ਪ੍ਰੋਡਿਊਸ ਕਰ ਲਈਏ। ਹੁਣ 2 ਪੈਰਾਮੀਟਰਸ ਹੈਗੇ ਆ ਇੰਪੋਰਟ ਸਬਸਟੀਟਿਊਸ਼ਨ ਦੇ। ਸਭ ਤੋਂ ਪਹਿਲਾਂ ਤਾਂ ਅਜਿਹੀਆਂ ਵਸਤੂਆਂ ਦੇ ਇੰਪੋਰਟ ਨੂੰ ਘੱਟ ਕਰ ਦੇਣਾ ਚਾਹੀਦਾ ਹੈ ਜਿਨ੍ਹਾਂ ਦੇ ਅੰਤਰ ਉਤਪਾਦਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੋਵੇ। ਜਿਹਦੀ ਪ੍ਰੋਡਕਸ਼ਨ ਅਸੀਂ ਆਪਣੀ ਕੰਟਰੀ 'ਚ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਉਹਨਾਂ ਦੀ ਇੰਪੋਰਟ ਘਟਾ ਦਿਓ। ਅਤੇ ਦੂਸਰਾ, ਸਾਨੂੰ ਜਿਹੜੀਆਂ ਅਸੀਂ ਇੰਪੋਰਟ ਵਸਤੂਆਂ ਕਰਦੇ ਹਾਂ ਉਹਨਾਂ ਦੀ ਹੋਰੀਜੈਂਟਲ ਅਤੇ ਵਰਟੀਕਲ ਵਿਸਥਾਰ ਕਰਨਾ ਚਾਹੀਦਾ। ਮੀਨਸ ਜਿਹੜੀਆਂ ਅਸੀਂ ਪਹਿਲਾਂ ਹੀ ਕਰਦੇ ਪਏ ਸੀ ਇੰਪੋਰਟ, ਉਹਨਾਂ ਦਾ ਅਸੀਂ ਆਪਣੀ ਕੰਟਰੀ ਦੇ ਵਿੱਚ ਇੰਪੋਰਟ ਅਤੇ ਹੋਰੀਜੈਂਟਲੀ ਅਤੇ ਵਰਟੀਕਲੀ ਉਹਨਾਂ ਦਾ ਵਿਸਥਾਰ ਜਿਹੜਾ ਕਰੀਏ, ਸਾਰੀ ਤਰ੍ਹਾਂ ਦੇ ਨਾਲ ਉਹਨਾਂ ਦੀ ਡਿਵੈਲਪਮੈਂਟ ਕਰੀਏ, ਤਾਂ ਜਾ ਕੇ ਅਸੀਂ ਕਰ ਸਕਦੇ ਹਾਂ। ਟਾਈਪਸ ਕੀ ਹੈ ਇੰਪੋਰਟ ਸਬਸਟੀਟਿਊਸ਼ਨ ਦੀਆਂ? ਇੱਕ ਸਿੰਪਲ ਸਬਸਟੀਟਿਊਸ਼ਨ ਹੁੰਦੀ ਆ, ਇੱਕ ਅਲਟਰਨੇਟਿਵ ਸਬਸਟੀਟਿਊਸ਼ਨ ਹੁੰਦੀ ਹੈ। ਜਿਹੜੀ ਸਿੰਪਲ ਸਬਸਟੀਟਿਊਸ਼ਨ ਆ, ਸਿੰਪਲ ਸਬਸਟੀਟਿਊਸ਼ਨ ਮੀਨਸ ਉਹਦੀ ਜਗ੍ਹਾ 'ਤੇ ਕੋਈ ਹੋਰ ਪ੍ਰੋਡਕਟ ਯੂਜ਼ ਕਰਨਾ, ਹੈ ਨਾ। ਇਹਦੇ ਵਿੱਚ ਤਾਂ ਅਸੀਂ ਇਮੀਟੇਸ਼ਨ ਕਰ ਸਕਦੇ ਹਾਂ, ਕਿ ਅਸੀਂ ਨਕਲ ਕਰ ਸਕਦੇ ਹੁੰਦੇ ਹਾਂ ਕਿ ਠੀਕ ਉਸੇ ਤਰ੍ਹਾਂ ਦੇ ਪ੍ਰੋਡਕਟ ਅਸੀਂ ਆਪਣੇ ਬਣਾਈਏ। ਲਾਈਕ ਸਾਈਕਲ, ਅਨਾਜ, ਸੋਡਾ ਪਾਊਡਰ, ਗੈਸ, ਬਿਜਲੀ ਦੀਆਂ ਮੋਟਰਾਂ, ਇਹਨਾਂ ਦਾ ਪ੍ਰੋਡਕਸ਼ਨ ਅਸੀਂ ਆਪਣੇ ਸ਼ੁਰੂ ਕਰ ਲਈਏ। ਇੱਕ ਵਿਕਲਪੀ ਆ, ਇਹਦੇ ਵਿੱਚ ਕੀ ਹੈ ਕਿ ਅਸੀਂ ਜਿਹੜੀਆਂ ਇੰਪੋਰਟ ਕਰਦੇ ਪਏ ਸੀ ਪ੍ਰੋਡਕਟ ਕੋਈ ਵੀ, ਉਸੇ ਤਰ੍ਹਾਂ ਦਾ ਕੰਮ ਕਰਨ ਵਾਲੀ ਪਰ ਉਸ ਤੋਂ ਡਿਫਰੈਂਟ ਚੀਜ਼ ਬਣਾ ਲਈਏ। ਕੰਮ ਉਹੀ ਕਰੇ ਪਰ ਚੀਜ਼ ਜਿਹੜੀ ਆ ਅਲੱਗ ਹੋਵੇ। ਜਿਸ ਤਰ੍ਹਾਂ ਚੀਨੀ ਬਣਾਉਣ ਦੀਆਂ ਮਸ਼ੀਨਾਂ ਵਿੱਚ ਤਾਂਬੇ ਦੀ ਟਿਊਬ ਦੀ ਥਾਂ 'ਤੇ ਸਫਾਦੀ ਟਿਊਬ ਦਾ ਪ੍ਰਯੋਗ ਕਰ ਲਈਏ। ਕੂਲਰ ਉਦਯੋਗ ਵਿੱਚ ਸਫਾਦੀ ਸੀਟ ਦੀ ਥਾਂ 'ਤੇ ਪਲਾਸਟਿਕ ਦੀ ਸ਼ੀਟ ਵਰਤ ਲਈਏ। ਇਸ ਤਰ੍ਹਾਂ ਅਸੀਂ ਮਤਲਬ ਉਹਦੀ ਥਾਂ 'ਤੇ ਕੋਈ ਹੋਰ ਪ੍ਰੋਡਕਟ ਵਰਤ ਲਈਏ। ਇੱਕ ਤਾਂ ਹੈਗਾ ਆਪਾਂ ਜਮਾਂ ਹੀ ਕਾਪੀ ਕਰ ਲਈਏ, ਇੱਕ ਹੈਗਾ ਤੁਸੀਂ ਆਪਣਾ ਜਿਹੜਾ ਆਪਣਾ ਕੋਈ ਪ੍ਰੋਡਕਟ ਪਹਿਲਾਂ ਹੀ ਪ੍ਰੋਡਿਊਸ ਹੁੰਦਾ ਪਿਆ, ਉਹਦੀ ਜਗ੍ਹਾ 'ਤੇ ਕੋਈ ਹੋਰ ਪ੍ਰੋਡਕਟ ਯੂਜ਼ ਕਰਕੇ ਅਸੀਂ ਸੇਮ ਪ੍ਰੋਡਕਟ ਜਿਹੜਾ ਉਹੀ ਕੰਮ ਕਰਨ ਵਾਲਾ ਪ੍ਰੋਡਕਟ ਜਿਹੜਾ ਪ੍ਰੋਡਿਊਸ ਕਰ ਲਈਏ। ਹੁਣ ਉਸ ਤੋਂ ਬਾਅਦ ਸਟੇਜਸ ਕੀ ਹੈ ਸਬਸਟੀਟਿਊਸ਼ਨ ਦੀਆਂ? ਫਸਟ ਸਟੇਜ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਜਿਹੜੀ ਸਬਸਟੀਟਿਊਸ਼ਨ ਕਰਦੇ ਹਾਂ ਨੋਨ ਡਿਊਰੇਬਲ ਕੰਜ਼ਿਊਮਰ ਗੁਡਸ ਦੀਆਂ। ਦੇਖੋ, ਗੁਡਸ ਇੱਕ ਡਿਊਰੇਬਲ ਹੁੰਦੀਆਂ, ਇੱਕ ਨੋਨ ਡਿਊਰੇਬਲ ਜਿਹੜੀਆਂ ਬਹੁਤ ਲੰਬਾ ਟਾਈਮ ਨਹੀਂ ਚੱਲਦੀਆਂ, ਲਾਈਕ ਕੱਪੜੇ, ਜੁੱਤੀ, ਘਰੇਲੂ ਉਪਯੋਗ ਦੀਆਂ ਵਸਤੂਆਂ ਸਭ ਤੋਂ, ਜਾਂ ਫਿਰ ਸੂਤ, ਚਮੜੇ, ਲੱਕੜੀ ਦੀਆਂ ਵਸਤੂਆਂ, ਇਹਨਾਂ ਦਾ ਉਤਪਾਦਨ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਸ਼ੁਰੂ ਕਰੀਏ। ਉਸ ਤੋਂ ਬਾਅਦ ਸੈਕੰਡ ਸਟੇਜ ਆਫ ਸਬਸਟੀਟਿਊਸ਼ਨ ਦੇ ਵਿੱਚ ਅਸੀਂ ਜਿਹੜੀਆਂ ਇੰਟਰਮੀਡੀਏਰੀ ਗੁਡਸ ਹੈਗੀਆਂ, ਮੈਨੂਫੈਕਚਰਡ ਪ੍ਰੋਡਕਟਸ ਆ, ਉਹਨਾਂ ਦਾ ਜਿਹੜਾ ਸਬਸਟੀਟਿਊਟ ਪ੍ਰੋਡਿਊਸ ਕਰਨਾ ਸ਼ੁਰੂ ਕਰੀਏ। ਇੰਟਰਮੀਡੀਏਰੀ ਗੁਡਸ ਜਿਹੜੀਆਂ ਅੱਗੇ ਪ੍ਰੋਡਕਸ਼ਨ ਦੇ ਵਿੱਚ ਹੈਲਪ ਕਰਦੀਆਂ, ਉਹਨਾਂ ਦਾ ਸਬਸਟੀਟਿਊਸ਼ਨ ਕਰੀਏ। ਨੀਡ ਕੀ ਹੈ, ਜ਼ਰੂਰਤ ਕੀ ਹੈ ਸਾਨੂੰ ਇੰਪੋਰਟ ਸਬਸਟੀਟਿਊਸ਼ਨ ਦੀ? ਸਭ ਤੋਂ ਪਹਿਲਾਂ ਤਾਂ ਅਨਫੇਵਰੇਬਲ ਬੈਲੈਂਸ ਆਫ ਪੇਮੈਂਟ ਜਿਹੜਾ ਹੁੰਦਾ ਉਹਨੂੰ ਫੇਵਰੇਬਲ ਕਰਨ ਦੇ ਲਈ। ਉਸ ਤੋਂ ਬਾਅਦ ਡੀਵੈਲਿਊਸ਼ਨ, ਜੇ ਅਸੀਂ ਆਪਣੀ ਕਰੰਸੀ ਦੀ ਕਦੀ ਵੈਲਿਊ ਘਟਾ ਦਿੱਤੀ ਹੋਵੇ ਤਾਂ, ਜਾਂ ਫਿਰ ਸਾਨੂੰ ਵਿਦੇਸ਼ੀ ਮੁਦਰਾ ਦੀ ਕਮੀ ਹੋ ਗਈ ਹੋਵੇ ਅਤੇ ਸਾਡੀ ਹੋਰ ਜਿਹੜੀ ਵਿਦੇਸ਼ੀ ਮੁਦਰਾ ਉਹ ਫੋਰਨ ਕੰਟਰੀ ਨੂੰ ਨਾ ਜਾਈ ਜਾਵੇ, ਆਪਾਂ ਇੰਪੋਰਟ ਘਟਾ ਦਿੰਦੇ ਹਾਂ। ਸਕਿਰਸਿਟੀ ਆਫ ਫੋਰਨ ਏਡ, ਜੇ ਸਾਨੂੰ ਫੋਰਨ ਤੋਂ ਹੈਲਪ ਹੀ ਨਾ ਮਿਲਦੀ ਹੋਵੇ, ਜਾਂ ਸਾਡੇ ਕੋਲ ਪੋਲੀਟੀਕਲ ਲੈਵਲ ਦੀ ਚੇਂਜ ਆ ਜਾਏ, ਜਾਂ ਜਿੱਦਾਂ ਭਾਰਤ ਵਿੱਚ ਪੈਟਰੋਲ, ਖਾਦ ਲਈ ਕਈ ਮਹੱਤਵਪੂਰਨ ਵਸਤੂਆਂ ਦੀ ਕਮੀ ਮਹਿਸੂਸ ਕਰ ਰਿਹਾ ਅਤੇ ਸਾਨੂੰ ਉਹਦੇ ਲਈ ਬਹੁਤ ਜ਼ਿਆਦਾ ਕੀਮਤ ਦੇਣੀ ਪੈ ਜਾਂਦੀ ਹੈ ਅਤੇ ਸਾਨੂੰ ਬਾਕੀ ਪ੍ਰੋਡਕਟਸ ਦੇ ਲਈ ਇੰਪੋਰਟ ਸਬਸਟੀਟਿਊਟ ਕਰਨਾ ਚਾਹੀਦਾ।
ਇੰਪੋਰਟ ਜਦੋਂ ਸਬਸਟੀਟਿਊਟ ਕਰਦੇ ਹਾਂ ਤਾਂ ਇਹਦੇ ਓਬਜੈਕਟਿਵਸ ਉਦੇਸ਼ ਕੀ ਆ। ਸਭ ਤੋਂ ਪਹਿਲਾਂ ਤਾਂ ਉਦੇਸ਼ ਇਹ ਕਿ ਅਸੀਂ ਅਲਟਰਨੇਟਿਵ ਪ੍ਰੋਡਿਊਸ ਕਰੀਏ। ਉਸ ਤੋਂ ਬਾਅਦ ਕੱਚੇ ਮਾਲ ਮਸ਼ੀਨਾਂ ਦੇ ਪੁਰਜੇ ਅਸੀਂ ਜਿਹੜੇ ਆ ਉਹਨਾਂ ਨੂੰ ਸਬਸਟੀਟਿਊਟ ਆਪਣੀ ਜਗ੍ਹਾ 'ਤੇ ਪ੍ਰੋਡਿਊਸ ਕਰੀਏ, ਆਪਣੇ ਇੱਧਰ ਪ੍ਰੋਡਿਊਸ ਕਰੀਏ। ਕੱਚਾ ਮਾਲ ਜਿਹੜਾ ਅਸੀਂ ਫੋਰਨ ਕੰਟਰੀਜ਼ ਤੋਂ ਇੰਪੋਰਟ ਕਰਨਾ ਘਟਾ ਦਈਏ। ਉਸ ਤੋਂ ਬਾਅਦ ਅੱਗੇ ਹੈਗਾ ਸੀਗਾ ਆਰਗੂਮੈਂਟਸ ਇਨ ਫੇਵਰ ਆਫ ਇੰਪੋਰਟ ਸਬਸਟੀਟਿਊਸ਼ਨ। ਜਦੋਂ ਤੁਸੀਂ ਇੰਪੋਰਟ ਸਬਸਟੀਟਿਊਸ਼ਨ ਕਰਦੇ ਹੋ ਤਾਂ ਉਹਦੇ ਫੇਵਰ 'ਚ ਕਿਹੜੇ ਜਿਹੜੇ ਆਰਗੂਮੈਂਟਸ ਦਿੱਤੇ ਜਾਂਦੇ ਆ। ਸਭ ਤੋਂ ਪਹਿਲਾਂ ਤਾਂ ਜਦੋਂ ਤੁਸੀਂ ਇੰਪੋਰਟ ਸਬਸਟੀਟਿਊਟ ਕਰੋਗੇ ਤਾਂ ਹੈਲਪਫੁਲ ਇਨ ਕਰੈਕਟਿੰਗ ਐਡਵਰਸ ਬੈਲੈਂਸ ਆਫ ਪੇਮੈਂਟ, ਤਾਂ ਬੈਲੈਂਸ ਆਫ ਪੇਮੈਂਟ ਦੇ ਘਾਟੇ ਨੂੰ ਪੂਰਾ ਕਰਨ ਦੇ ਵਿੱਚ ਹੈਲਪ ਹੋਏਗੀ ਕਿਉਂਕਿ ਤੁਹਾਡੇ ਇੰਪੋਰਟ ਜਦੋਂ ਘਟਣਗੇ ਤਾਂ ਬਿਨਾਂ ਸ਼ੱਕ ਤੁਹਾਡੀਆਂ ਪੇਮੈਂਟਸ ਘੱਟ ਜਾਣਗੀਆਂ। ਉਸ ਤੋਂ ਬਾਅਦ ਸੇਵਿੰਗ ਆਫ ਫੋਰਨ ਐਕਸਚੇਂਜ, ਫੋਰਨ ਕਰੰਸੀ ਤੁਹਾਨੂੰ ਪੇਮੈਂਟ ਨਹੀਂ ਦੇਣੀ ਪਏਗੀ ਤਾਂ ਫੋਰਨ ਕਰੰਸੀ ਬਚ ਜਾਏਗੀ। ਹੈਲਪਫੁਲ ਇਨ ਇੰਪਰੂਵਿੰਗ ਦੀ ਪ੍ਰੈਜ਼ੈਂਟ ਟੈਕਨੀਕ ਆਫ ਪ੍ਰੋਡਕਸ਼ਨ, ਫਿਰ ਤੁਸੀਂ ਇਹ ਵੀ ਕਰ ਸਕਦੇ ਆ ਕਿ ਤੁਹਾਡੀ ਜਿਹੜੀ ਪ੍ਰੈਜ਼ੈਂਟ ਟੈਕਨੀਕ ਆਫ ਪ੍ਰੋਡਕਸ਼ਨ ਉਹਨੂੰ ਇੰਪਰੂਵ ਕਰ ਲਓਗੇ ਕਿਉਂਕਿ ਜਦੋਂ ਤੁਸੀਂ ਹੁਣ ਇੰਪੋਰਟ ਜਿਹੜਾ ਕਰਦੇ ਪਏ ਹੋ, ਜਦੋਂ ਤੁਸੀਂ ਉਹ ਇੰਪੋਰਟ ਕਰਨਾ ਨਹੀਂ ਆ ਆਪਣੀ ਜਗ੍ਹਾ, ਆਪਣੇ ਇੱਥੇ ਉਹਦੀ ਜਗ੍ਹਾ ਸਬਸਟੀਟਿਊਟ ਪ੍ਰੋਡਿਊਸ ਕਰਨਾ, ਤਾਂ ਬਿਨਾਂ ਸ਼ੱਕ ਜਿਹੜੀ ਸਾਡੀ ਆਪਣੀ ਟੈਕਨੋਲੋਜੀ ਆ ਉਹਦੇ ਵਿੱਚ ਇੰਪਰੂਵਮੈਂਟ ਆਏਗੀ। ਉਸ ਤੋਂ ਬਾਅਦ ਜਦੋਂ ਤੁਸੀਂ ਆਪਣਾ ਹੀ ਪ੍ਰੋਡਿਊਸ ਕਰਨਾ ਅਤੇ ਤੁਹਾਡੀ ਰਿਸਰਚ ਦੇ ਵਿੱਚ ਵੀ ਹੈਲਪਫੁਲ ਹੋਏਗੀ। ਉਸ ਤੋਂ ਬਾਅਦ ਪ੍ਰੋਡਕਸ਼ਨ ਵਧੇਗੀ। ਉਸ ਤੋਂ ਬਾਅਦ ਜਿਹੜੀ ਫੋਰਨ ਕੰਟਰੀਜ਼ 'ਤੇ ਸਾਡੀ ਡਿਪੈਂਡੈਂਸ ਆ ਉਹ ਘੱਟ ਜਾਏਗੀ, ਸਾਨੂੰ ਸੈਲਫ ਸਫੀਸ਼ੀਐਂਸੀ ਮਿਲ ਜਾਏਗੀ। ਉਸ ਤੋਂ ਬਾਅਦ ਫਿਰ ਹੋਰ ਇੰਡਸਟਰੀਜ਼ ਡਿਵੈਲਪ ਹੋ ਜਾਣਗੀਆਂ ਕਿਉਂਕਿ ਤੁਸੀਂ ਇੱਕ ਇੰਡਸਟਰੀ ਡਿਵੈਲਪ ਕਰੋਗੇ, ਫਿਰ ਉਹਦੇ ਵੇਸਟ ਤੋਂ ਸੈਕਿੰਡ ਪ੍ਰੋਡਕਟ ਜਿਹੜੀ ਇੰਡਸਟਰੀ ਉਹ ਡਿਵੈਲਪ ਹੋ ਜਾਏਗੀ। ਉਸ ਤੋਂ ਬਾਅਦ ਗਵਰਨਮੈਂਟ ਰੈਵਨਿਊ ਵਧੂਗੀ ਬਿਨਾਂ ਸ਼ੱਕ ਕਿਉਂਕਿ ਜਦੋਂ ਖਰਚਾ ਹੀ ਨਹੀਂ ਹੁੰਦਾ ਪਿਆ ਤੁਹਾਡਾ, ਜਦੋਂ ਤੁਸੀਂ ਫੋਰਨ ਕੰਟਰੀ ਨੂੰ ਪੇਮੈਂਟ ਕਰਨੀ ਨਹੀਂ ਹੈ ਅਤੇ ਫੋਰਨ ਰੈਵਨਿਊ ਵਧੂਗੀ। ਉਸ ਤੋਂ ਬਾਅਦ ਹੈਲਪਫੁਲ ਇਨ ਐਕਸਪੈਂਸ਼ਨ ਆਫ ਐਕਸਪੋਰਟਸ, ਇੰਪੋਰਟ ਘਟਣਗੇ ਤਾਂ ਘਟਣਗੇ ਹੀ, ਪਰ ਜਦੋਂ ਤੁਹਾਡੇ ਇੰਪੋਰਟ ਘੱਟ ਜਾਣਗੇ ਅਤੇ ਜੇ ਤੁਹਾਡੀ ਜ਼ਿਆਦਾ ਪ੍ਰੋਡਕਸ਼ਨ ਹੋ ਜਾਂਦੀ ਹੈ ਤਾਂ ਤੁਸੀਂ ਫੋਰਨ ਕੰਟਰੀਜ਼ ਨੂੰ ਉਹ ਪ੍ਰੋਡਕਟ ਦਾ ਐਕਸਪੋਰਟ ਕਰਨਾ ਵੀ ਸ਼ੁਰੂ ਕਰ ਸਕਦੇ ਹੋ। ਉਸ ਤੋਂ ਬਾਅਦ ਅੱਗੇ ਹੈਗਾ ਸੀਗਾ ਆਰਗੂਮੈਂਟਸ ਅਗੇਂਸਟ ਇੰਪੋਰਟ ਸਬਸਟੀਟਿਊਸ਼ਨ। ਇੰਪੋਰਟ ਸਬਸਟੀਟਿਊਸ਼ਨ ਹਮੇਸ਼ਾ ਵਧੀਆ ਨਹੀਂ ਆ, ਇਹਦੇ ਲਈ ਅਗੇਂਸਟ ਜਿਹੜੇ ਆਰਗੂਮੈਂਟਸ ਵੀ ਦਿੱਤੇ ਜਾਂਦੇ ਆ ਕਿਉਂਕਿ ਉਹ ਕਹਿੰਦੇ ਆ ਆਲ ਗਲਿਟਰਸ ਇਜ਼ ਨਾਟ ਅ ਗੋਲਡ, ਸਾਰੀਆਂ ਚਮਕਦੀਆਂ ਚੀਜ਼ਾਂ ਸੋਨਾ ਨਹੀਂ ਹੁੰਦੀਆਂ। ਉਹਦੇ ਕੁਛ ਇੱਕ ਡਰਾਬੈਕਸ ਵੀ ਹੈਗੇ ਆ, ਕੁਛ ਇੱਕ ਲਿਮਿਟੇਸ਼ਨਸ ਵੀ ਆ। ਇਨਐਬਿਲਿਟੀ ਟੂ ਪ੍ਰੋਡਿਊਸ ਆਲ ਦਾ ਇੰਪੋਰਟਡ ਗੁੱਡਸ, ਮੀਨਸ ਜਿੰਨੀਆਂ ਵੀ ਅਸੀਂ ਗੁੱਡਸ ਪ੍ਰੋਡਿਊਸ ਕਰ ਲੈਂਦੇ ਪਏ ਹਾਂ, ਇੰਪੋਰਟ ਕਰਦੇ ਹਾਂ, ਫੋਰਨ ਕੰਟਰੀਜ਼ ਤੋਂ ਮੰਗਵਾਉਂਦੇ ਹਾਂ, ਸਾਰੀਆਂ ਦਾ ਸਬਸਟੀਟਿਊਟ ਨਹੀਂ ਅਸੀਂ ਪ੍ਰੋਡਿਊਸ ਕਰ ਸਕਦੇ। ਲਾਈਕ ਪੈਟਰੋਲ ਦਾ ਨਹੀਂ ਕਰ ਸਕਦੇ। ਸ਼ਾਰਟੇਜ ਆਫ ਦੀ ਕੈਪੀਟਲ ਐਂਡ ਸਕਿਲਡ ਲੇਬਰ, ਫਿਰ ਇਹ ਵੀ ਹੈ ਕਿ ਤੁਹਾਡੇ ਕੈਪੀਟਲ ਦੀ ਵੀ ਕਮੀ ਪਾਈ ਜਾਊਗੀ, ਸਕਿਲਡ ਲੇਬਰ ਦੀ ਵੀ ਕਮੀ ਪਾਈ ਜਾਏਗੀ। ਟੈਕਨੀਕਲ ਨੋ ਹਾਊ ਇਜ਼ ਟੂ ਬੀ ਇੰਪੋਰਟਡ, ਟੈਕਨੀਕਲ ਨੌਲੇਜ, ਟੈਕਨੀਕਲ ਗੁੱਡਸ ਦਾ ਤੁਸੀਂ ਇੰਪੋਰਟ ਕਰ ਲਓਗੇ ਪ੍ਰੋਡਕਟ ਪ੍ਰੋਡਿਊਸ ਕਰਨ ਦੇ ਲਈ, ਪਰ ਉਹਨਾਂ ਨੂੰ ਯੂਜ਼ ਕਿੱਦਾਂ ਕਰਨਾ। ਲੈਸ ਪੋਸੀਬਿਲਿਟੀ ਆਫ ਇਨਕਰੀਜ਼ ਇਨ ਇੰਪਲਾਈਮੈਂਟ, ਜ਼ਰੂਰੀ ਨਹੀਂ ਹੈ ਕਿ ਇੰਪਲਾਈਮੈਂਟ ਇਨਕਰੀਜ਼ ਹੋਵੇ ਕਿਉਂਕਿ ਤੁਸੀਂ ਟੈਕਨੋਲੋਜੀ ਲਿਆਓਗੇ, ਉਹ ਕੈਪੀਟਲ ਇੰਟੈਂਸਿਵ ਹੋਏਗੀ, ਲੇਬਰ ਦੀ ਜਿਹੜੀ ਰਿਪਲੇਸ ਹੋ ਜਾਏਗੀ, ਸਗੋਂ ਅਨਪਲਾਈਮੈਂਟ ਵਧੇਗੀ। ਅਗੇਂਸਟ ਦੀ ਥਿਊਰੀ ਆਫ ਕੰਪੈਰੇਟਿਵ ਕਾਸਟ, ਫਿਰ ਜਿੱਦਾਂ ਕੰਪੈਰੇਟਿਵ ਕਾਸਟ ਦਾ ਇੱਕ ਸਿਧਾਂਤ ਆ ਜਿਹੜਾ ਆਪਾਂ ਕਰ ਚੁੱਕੇ ਹਾਂ ਕਿ ਸਾਨੂੰ ਉਹ ਪ੍ਰੋਡਕਟ ਪ੍ਰੋਡਿਊਸ ਕਰਨਾ ਚਾਹੀਦਾ ਜਿਹੜਾ ਸਾਡੀ ਕੰਟਰੀ 'ਚ ਘੱਟ ਰੇਟ ਦੇ ਉੱਤੇ ਪ੍ਰੋਡਿਊਸ ਹੁੰਦਾ ਪਿਆ, ਜਿਹੜਾ ਆਪਾਂ ਥਰਡ ਸਮੈਸਟਰ ਦੇ ਵਿੱਚ ਖੈਰ ਕੀਤਾ ਸੀ ਇਹ ਥਿਊਰੀ ਆਫ ਕੰਪੈਰੇਟਿਵ ਕਾਸਟ ਇੰਟਰਨੈਸ਼ਨਲ ਟ੍ਰੇਡ ਦੀ ਥਿਊਰੀ, ਪਰ ਇੱਥੇ ਉਹ ਨਹੀਂ ਆ। ਇੱਥੇ ਤਾਂ ਅਸੀਂ ਸਾਰੀਆਂ ਪ੍ਰੋਡਕਟਸ ਦੇ ਸਬਸਟੀਟਿਊਸ਼ਨ ਦੀ ਗੱਲ ਕਰਦੇ ਪਏ ਹਾਂ। ਅਗੇਂਸਟ ਦੀ ਉਸ ਤੋਂ ਬਾਅਦ ਕ੍ਰਿਟਿਸਿਜ਼ਮ ਆਫ ਦੀ ਇਨਫੈਂਟ ਇੰਡਸਟਰੀ ਆਰਗੂਮੈਂਟ, ਜਿਹੜੇ ਸ਼ਿਸ਼ੂ ਉਦਯੋਗ ਤਰਕ ਦੀ ਆਲੋਚਨਾ ਹੈ ਕਿ ਜਿਹੜੇ ਸ਼ਿਸ਼ੂ ਉਦਯੋਗ ਆ ਉਹ ਤੁਹਾਨੂੰ ਆਪਣੇ ਪੈਰਾਂ 'ਤੇ ਨਹੀਂ ਖੜ੍ਹੇ ਹੋ ਸਕਦੇ, ਪੂਰੀ ਤਰ੍ਹਾਂ ਵਿਕਸਿਤ ਨਹੀਂ ਹੋ ਸਕਦੇ ਜਦੋਂ ਤੱਕ ਇਹ ਤਰਕ ਦਿੱਤਾ ਜਾਂਦਾ ਹੈ ਕਿ ਜਦੋਂ ਤੱਕ ਉਹਨਾਂ ਦੇ ਲਈ ਤੁਸੀਂ ਉਹਨਾਂ ਨੂੰ ਸੰਰਖਣ ਨਾ ਮਿਲੇ, ਉਹਨਾਂ ਦੇ ਲਈ ਕੁਸ਼ਲ ਜਿਹੜੇ ਆ ਉਹ ਵਰਕਰਸ ਨਾ ਮਿਲਣ। ਉਸ ਤੋਂ ਬਾਅਦ ਨਾਟ ਪ੍ਰੈਕਟੀਕਲ ਕਿ ਇਸ ਤਰ੍ਹਾਂ ਨਹੀਂ ਹੁੰਦਾ ਕਿ ਤੁਸੀਂ ਸਾਰੇ ਪ੍ਰੋਡਕਟਸ ਦਾ ਜਿਹੜਾ ਸਬਸਟੀਟਿਊਸ਼ਨ ਪ੍ਰੋਡਿਊਸ ਕਰਨਾ ਸ਼ੁਰੂ ਕਰ ਦਿਓ, ਫਿਰ ਤੁਹਾਨੂੰ ਐਕਸਪੋਰਟ ਸਬਸਿਡੀਆਂ ਦੀ ਲੋੜ ਪੈ ਜਾਏਗੀ। ਫਿਰ ਕਈ ਵਾਰ ਇੰਡਸਟਰੀ ਹਮੇਸ਼ਾ ਪੋਜ਼ੀਟਿਵ ਥੋੜ੍ਹੀ ਰਹਿੰਦੀ, ਉਹਦੇ ਵਿੱਚ ਅਨਫੇਵਰੇਬਲ ਕੰਡੀਸ਼ਨਸ ਵੀ ਆ ਜਾਂਦੀਆਂ। ਉਸ ਤੋਂ ਬਾਅਦ ਡਿਟੀਰੀਓਰੇਸ਼ਨ ਵੀ ਆ ਜਾਂਦੀ ਹੈ ਕਿ ਕਈ ਵਾਰ ਪੋਲਿਸੀ ਜਿਹੜੀ ਆ ਉਹ ਠੀਕ ਤਰ੍ਹਾਂ ਨਹੀਂ ਚੱਲਦੀ, ਫਿਰ ਉਹਦੇ ਵਿੱਚ ਕਮੀਆਂ ਵੀ ਆ ਜਾਂਦੀਆਂ ਆ ਔਰ ਉਹ ਸਾਨੂੰ ਫੋਰਨ ਕੰਪੀਟੀਸ਼ਨ ਆ ਜਿਹੜਾ ਉਹ ਵੀ ਫੇਸ ਕਰਨਾ ਪੈ ਸਕਦਾ ਹੁੰਦਾ ਆ। ਉਸ ਤੋਂ ਬਾਅਦ ਮੈਥਡਸ ਕੀ ਹੈ ਇੰਪੋਰਟ ਸਬਸਟੀਟਿਊਸ਼ਨ 'ਤੇ। ਸਭ ਤੋਂ ਪਹਿਲਾਂ ਤਾਂ ਟੈਰਿਫ ਪਾਲਿਸੀ ਹੈ ਜਿਹੜੀ, ਇਸ ਤਰ੍ਹਾਂ ਸਾਨੂੰ ਟੈਰਿਫ ਪਾਲਿਸੀ ਕਰਨੀ ਚਾਹੀਦੀ ਹੈ ਕਿ ਸਾਨੂੰ ਇੰਪੋਰਟ ਟੈਕਸ ਜ਼ਿਆਦਾ ਕਰ ਦੇਣੇ ਚਾਹੀਦੇ, ਇੰਪੋਰਟ ਡਿਊਟੀ ਜ਼ਿਆਦਾ ਲਗਾ ਦਿਓ ਜਿਹਦੇ ਨਾਲ ਇੰਪੋਰਟ ਘੱਟ ਜਾਏ ਅਤੇ ਆਪਣੀ ਪ੍ਰੋਡਕਸ਼ਨ ਹੈ ਜਿਹੜੀ ਉਹ ਵਧਾ ਦਿਓ। ਆਪਣੀ ਪ੍ਰੋਡਕਸ਼ਨ ਵਧਾ ਦੋਗੇ ਤਾਂ ਤੁਹਾਨੂੰ ਫੋਰਨ ਤੋਂ ਪ੍ਰੋਡਕਟ ਖਰੀਦਣਾ ਹੀ ਨਹੀਂ ਪਏਗਾ। ਉਸ ਤੋਂ ਬਾਅਦ ਰਿਸਰਚ ਜਿਹੜੀ ਆਪਣੀ ਜ਼ਿਆਦਾ ਕਰ ਦਿਓ, ਜਦੋਂ ਆਪਣੀ ਰਿਸਰਚ ਜ਼ਿਆਦਾ ਕਰ ਦੋਗੇ ਤਾਂ ਤੁਹਾਡਾ ਜਿਹੜਾ ਪ੍ਰੋਡਕਟ ਆਪਣੀ ਕੰਟਰੀ ਦੇ ਵਿੱਚ ਪ੍ਰੋਡਿਊਸ ਹੋਣਾ ਸ਼ੁਰੂ ਹੋ ਜਾਏਗਾ। ਨਵੇਂ ਖੋਜ ਕੇਂਦਰ ਸਥਾਪਿਤ ਹੋ ਜਾਣਗੇ ਅਤੇ ਨਿੱਜੀ ਖੇਤਰ ਵੀ ਉਹ 'ਚ ਰੁਚੀ ਲੈਣ ਲੱਗੂਗਾ। ਸਭ ਤੋਂ ਵੱਡੀ ਗੱਲ ਆ ਤਾਂ ਤੁਸੀਂ ਸਵਦੇਸ਼ੀ ਦੀ ਭਾਵਨਾ ਜਗਾਓ, ਜਿੱਦਾਂ ਮਹਾਤਮਾ ਗਾਂਧੀ ਜੀ ਨੇ ਕਿਹਾ ਸੀ ਵੀ ਇੰਡੀਅਨ ਬਾਏ ਇੰਡੀਅਨ, ਇੰਡੀਅਨ ਆ ਤਾਂ ਇੰਡੀਅਨ ਖਰੀਦੋ, ਹੈ ਨਾ। ਅਤੇ 1930 'ਚ ਉਹਨਾਂ ਨੇ ਕਿਹਾ ਸੀਗਾ ਖੈਰ ਤੁਸੀਂ ਸਵਦੇਸ਼ੀ ਦੀ ਭਾਵਨਾ ਜਗਾਓਗੇ ਤਾਂ ਵੀ ਇੰਪੋਰਟ ਜਿਹੜਾ ਆਪਣੇ ਆਪ ਘੱਟ ਜਾਏਗਾ। ਔਰ ਇਹ ਸੀ ਇੰਪੋਰਟ ਸਬਸਟੀਟਿਊਸ਼ਨ